ਪ੍ਰਚਾਰਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਤੋਂ ਉਹ ਵੀ ਪਹੁੰਚੇ ਹਨ ਉਚੇਚੇ ਤੌਰ 'ਤੇ। ਉਹਨਾਂ ਨੂੰ ਬੇਨਤੀ ਹੈ ਕਿ ਸਟੇਜ 'ਤੇ ਸੁਭਾਇਮਾਨ ਹੋਣ ਦੀ ਕਿਰਪਾਲਤਾ ਕਰੋ। ਅਤੇ ਰਾਗੀ ਜਥੇ ਦੇ ਨਾਲ ਇੱਕ ਹੋਰ ਪੰਥਕ ਸ਼ਖਸੀਅਤ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਉਹ ਵੀ ਪਹੁੰਚੇ ਹਨ। ਉਹਨਾਂ ਦੇ ਵੀ ਦਰਸ਼ਨ ਸਤਿਗੁਰੂ ਜੀ ਨੇ ਕਰਾਏ ਹਨ। ਵੱਡੇ ਹੀ ਉੱਚੇ ਪੱਧਰ 'ਤੇ ਪੰਥ ਵਿੱਚ ਸੇਵਾਵਾਂ ਕਰ ਰਹੇ ਹਨ, ਸੰਗੀਤਕਾਰ ਹਨ, ਵਿਦਵਾਨ ਹਨ। ਸੋ ਉਹਨਾਂ ਦਾ ਵੀ ਸਤਿਕਾਰਯੋਗ ਬਾਬਾ ਜੀ ਵੱਲੋਂ ਸਨਮਾਨ ਕੀਤਾ ਜਾਣਾ ਹੈ। ਸੋ ਬੇਨਤੀ ਹੈ ਕਿ ਭਾਈ ਸਟੇਜ ਦੇ ਕੋਲ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਪਹੁੰਚਣ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਸੋ ਬੇਨਤੀ ਹੈ ਸੰਗਤਾਂ ਨੂੰ ਕਿ 1:30 ਵੱਜ ਚੁੱਕਾ ਹੈ। ਭਾਈ 1 ਘੰਟਾ ਗਿਆਨੀ ਕੁਲਵੰਤ ਸਿੰਘ ਜੀ ਉਹ ਵੀ ਸਤਿਗੁਰਾਂ ਦੇ ਪਾਵਨ ਇਤਿਹਾਸ, ਲਾਸਾਨੀ ਸ਼ਹਾਦਤ 'ਤੇ ਚਾਨਣਾ ਪਾਉਣਗੇ ਅਤੇ ਆਪ ਸਭ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਸੋ ਜੋ ਵੀ ਸੰਗਤਾਂ ਕਿਧਰੇ ਬਾਹਰ ਖਾਲੀ ਸਮਾਂ ਇੱਦਾਂ ਹੀ ਬਤੀਤ ਕਰਨੀਆਂ ਹਨ, ਭਾਈ ਦਰਬਾਰ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ। ਦਰਬਾਰ ਸਾਹਿਬ ਕਾਫੀ ਥਾਂ ਖਾਲੀ ਹੈ। ਜੇਕਰ ਆਪਾਂ ਚੱਲ ਕੇ ਸਤਿਗੁਰਾਂ ਦੇ ਹਜ਼ੂਰ ਆਪਣੀ ਸ਼ਰਧਾ ਦੇ ਫੁੱਲ ਲੈ ਕੇ ਆਏ ਹਾਂ, ਸੋ ਸੰਪੂਰਨ ਹਾਜ਼ਰੀ ਤਨ ਅਤੇ ਮਨ ਦੀ ਲਵਾਉਣ ਵਾਸਤੇ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਣਾ ਲਾਜ਼ਮੀ ਹੈ। ਸੋ ਆਓ ਸਮਾਂ ਨਾ ਗਵਾਉਂਦਿਆਂ ਹੋਇਆਂ ਗਿਆਨੀ ਜੀ ਨੂੰ ਬੇਨਤੀ ਹੈ ਕਿ ਹੁਣੇ ਹੀ ਉਹ ਆਪਣਾ ਕਥਾ ਵਿਚਾਰ ਵਾਰਤਾ ਆਪ ਸਭ ਸੰਗਤਾਂ ਦੇ ਨਾਲ ਆਰੰਭ ਕਰਨਗੇ। ਸੋ ਆਓ ਜੈਕਾਰੇ ਨਾਲ ਉਹਨਾਂ ਦੇ ਜੀ ਆਇਆਂ ਨੂੰ ਆਖੀਏ ਜੀ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਠੀਕਰ ਹੋਰ ਦਲੀਸ਼ ਸਿਰ, ਪ੍ਰਭੁਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਤਿਲਕ ਜਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਧਰਮ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰਸੀ ਨਾ ਉਚਰੀ। ਗੁਰਪੂਰਾ ਜਿਨ ਸਿਮਰਿਆ, ਸੇ ਭੈ ਨਿਹਾਲ। ਨਾਨਕ ਨਾਮ ਅਰਾਧਨਾ, ਕਾਰਜ ਆਵੇ ਰਾਸ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ 10 ਪਾਤਸ਼ਾਹੀਆਂ ਦੇ ਸਵਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਦਰਬਾਰ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਜੀ, ਸਾਰੇ ਸਾਵਧਾਨ ਹੋ ਕੇ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗੁਰੂ ਅਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਨਾਂ ਦਾ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਸੰਗਤ ਵਿੱਚ ਆਪ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਕੀਰਤਨੀਆਂ ਤੋਂ ਬੜਾ ਰਸ ਪਿੰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਕੀਰਤਨ ਸਰਵਣ ਕੀਤਾ ਹੈ।
ਆਪ ਜਿੰਨੇ ਵੀ ਸਰੀਰ ਗੁਰੂ ਹਾਜ਼ਰੀ ਵਿੱਚ ਪਹੁੰਚੇ ਹੋ ਧੰਤਾ ਦੇ ਯੋਗ ਹੋ, ਪਰ ਬਹੁਤ ਸਾਰੀ ਸੰਗਤ ਥੱਲੇ ਬਾਹਰ ਬੈਠੀ ਹੋਈ ਹੈ। ਇਸ ਕਰਕੇ ਇੰਨੀ ਦੂਰੋਂ ਆਪ ਜੀ ਚੱਲ ਕੇ ਵੀ ਆਏ ਹੋ, ਫਿਰ ਵੀ ਗੁਰੂ ਤੋਂ ਦੂਰ ਰਹਿਣਾ। ਆਪਾਂ ਕਿਸੇ ਦੇ ਘਰ ਵਿੱਚ ਜਾਈਏ ਤੇ ਘਰ ਦੇ ਬਾਹਰਲੇ ਵਿਹੜੇ ਵਿੱਚ ਬਹਿ ਕੇ ਵਾਪਸ ਮੁੜ ਜਾਈਏ, ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਵੀ ਘਰ ਦੇ ਨਾਲ ਲੜੇ ਹੋਏ ਹਾਂ, ਨਾਰਾਜ਼ ਹਾਂ। ਗੁਰੂ ਦੀ ਖੁਸ਼ੀ ਗੁਰੂ ਦਰਬਾਰ ਵਿੱਚ ਬਹਿਣ ਨਾਲ ਮਿਲਦੀ ਹੈ। ਜਿਨ੍ਹਾਂ ਦੀ ਸੇਵਾ ਹੈ ਉਹ ਸੇਵਾ ਕਰ ਸਕਦੇ ਹਨ। ਸੋ ਇਹ ਬੇਨਤੀ ਹੈ, ਉੱਪਰ ਆਓ, ਗੁਰੂ ਦੀ ਗੱਲ, ਗੁਰੂ ਦੀ ਵਿਚਾਰ ਅਗਲੇ ਸਮੇਂ ਵਿੱਚ ਸਾਂਝੀ ਹੋ ਸਕੇ। ਔਰ ਦਰਬਾਰ ਦੇ ਵਿੱਚ ਬੈਠੀ ਸੰਗਤ ਨੂੰ ਬੇਨਤੀ ਹੈ ਕਿ ਫੋਨ ਬੰਦ ਕਰਕੇ ਆਪ ਜੀ ਬੈਠੋ, ਤਾਂ ਕਿ ਮਨ ਦੀ ਇਕਾਗਰਤਾ ਹੋਰ ਵਧੇ। ਕਿਉਂਕਿ ਜਿਨ੍ਹਾਂ ਸਤਿਗੁਰਾਂ ਦੇ ਪਿਆਰ ਵਿੱਚ ਆਪ ਜੀ ਬੈਠੇ ਹੋ, ਉਹਨਾਂ ਨੂੰ ਆਵਾਜ਼ ਬਿਲਕੁਲ ਵੀ ਪਸੰਦ ਨਹੀਂ ਹੈ। ਸਦਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਇਕਾਂਤ ਵਿੱਚ ਤੇ ਚੁੱਪ ਥਾਂ ਤੇ ਰਹਿਣਾ ਉਹਨਾਂ ਦੀ ਜ਼ਿੰਦਗੀ ਦੀ ਖੁਰਾਕ ਰਹੀ ਸੀ। 27 ਸਾਲ ਤੱਕ ਉਹਨਾਂ ਨੇ ਭੋਰੇ ਵਿੱਚ ਬੰਦਗੀ ਕੀਤੀ, ਬਾਬਾ ਬਕਾਲਾ ਸਾਹਿਬ ਵਿਖੇ। ਭੋਰੇ ਦਾ ਹੋਰ ਕੋਈ ਮਤਲਬ ਨਹੀਂ ਸੀ, ਉਹ ਇੰਨਾ ਹੀ ਮਤਲਬ ਸੀ ਜਿਵੇਂ ਅੱਜ ਕੱਲ੍ਹ ਵੀ ਬੇਸਮੈਂਟ ਦੇ ਵਿੱਚ ਬਾਹਰ ਦੀ ਆਵਾਜ਼ ਘੱਟ ਆਉਂਦੀ ਹੈ, ਤਾਂ ਉੱਥੇ ਕੋਈ ਵੀ ਜੋ ਮਿਹਨਤ ਵਾਲਾ ਕੰਮ ਹੈ, ਭਾਵੇਂ ਪੜ੍ਹਾਈ ਹੈ, ਭਾਵੇਂ ਵਿੱਦਿਆ ਹੈ, ਉਹਦੇ ਵਾਸਤੇ ਉਹ ਥਾਂ ਜਿਹੜੀ ਹੈ ਸਹਾਇਕ ਹੁੰਦੀ ਹੈ। ਸਤਿਗੁਰਾਂ ਨੂੰ ਭਾਵੇਂ ਪਹਿਲਾਂ ਹੀ ਆਪ ਜੀ ਬਖਸ਼ੇ ਹੋਏ, ਕਿਉਂਕਿ ਜੋਤ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਹਿਲਾਂ ਹੀ ਦਰੋਂ ਘਰੋਂ ਵਰਸਾਏ ਹੋਏ ਸਨ, ਪਰ ਫਿਰ ਵੀ ਇੱਕ ਆਮ ਸਿੱਖ ਦੀ ਜ਼ਿੰਦਗੀ ਵਿੱਚ 10 ਪਾਤਸ਼ਾਹੀਆਂ ਨੇ ਆਪਣੇ ਆਪਣੇ ਸਮੇਂ ਵਿੱਚ ਬਖਸ਼ਾਂ ਭਰਨ ਵਾਸਤੇ ਸਰੀਰ ਧਾਰੇ ਹਨ। ਕਿਉਂਕਿ ਬਖਸ਼ਾਂ ਜਿਹੜੀਆਂ ਨੇ ਸਰੀਰਾਂ ਦੇ ਰਾਹੀਂ ਧਾਰੀਆਂ ਜਾਂਦੀਆਂ ਨੇ। ਜੋਤ ਜਿਹੜੀ ਹੈ ਉਹ ਸਰੀਰ ਧਾਰ ਕੇ ਬਖਸ਼ਿਸ਼ ਕਰਦੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ 5 ਪਿਆਰਿਆਂ ਦਾ ਸਰੀਰ ਧਾਰ ਕੇ, 10 ਪਾਤਸ਼ਾਹੀਆਂ 5 ਪਿਆਰਿਆਂ ਦਾ ਸਰੀਰ ਧਾਰ ਕੇ ਅੰਮ੍ਰਿਤ ਨਾਮ ਦੀ ਦਾਤ ਦਿੰਦੇ ਹਨ। ਸੋ ਸਤਿਗੁਰਾਂ ਨੇ ਆਪ ਜੀ ਕੀਰਤਨ ਦੇ ਵਿੱਚ ਸ਼ਬਦ ਸੁਣ ਰਹੇ ਸੀ। ਇੰਨੇ ਸਾਲਾਂ ਦੀ ਬੰਦਗੀ ਤੋਂ ਬਾਅਦ, ਇੰਨੇ ਸਾਲਾਂ ਦੇ ਅਭਿਆਸ ਤੋਂ ਬਾਅਦ ਜੋ ਪਹਿਲਾ ਸ਼ਬਦ ਉਚਾਰਨ ਕੀਤਾ, ਜੋ ਪਹਿਲੀ ਸਟੇਟਮੈਂਟ ਆਪ ਨੇ ਦਿੱਤੀ ਹੈ, ਉਹ ਇਹ ਸੀ ਕਿ ਸਾਧੋ ਮਨ ਕਾ ਮਾਨ ਤਿਆਗੋ। ਇਹ ਪਹਿਲਾ ਸ਼ਬਦ ਹੈ ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗੋ। ਇਹ ਸਾਧੋ ਮਨ ਕਾ ਮਾਨ ਤਿਆਗੋ। ਮਾਨ ਸ਼ਬਦ ਦਾ ਕੀ ਅਰਥ ਹੋ ਸਕਦਾ ਹੈ? ਮਾਨ ਅਰਥ ਦਾ ਸ਼ਬਦ ਮਾਨ ਹੰਕਾਰ ਵੀ ਹੈ। ਇਹਨੂੰ ਹੋਰ ਡਿਕਸ਼ਨਰੀ ਵਿੱਚੋਂ ਵੇਖਿਆ ਜਾਏ ਤੇ ਮਾਨ ਦੇ ਅਰਥ ਨੇ ਮਨ ਦੀ ਮਾਨਤਾ। ਜੋ ਹੁਣ ਤੱਕ ਮਨ ਨੇ ਜਿਨ੍ਹਾਂ ਚੀਜ਼ਾਂ ਨੂੰ ਮੰਨਿਆ ਹੋਇਆ, ਫਿਕਸ ਕੀਤਾ ਹੋਇਆ, ਜੋ ਮਿਥਿਆ ਗਿਆਨ ਇਧਰੋਂ ਉਧਰੋਂ ਪਿਛਲੇ ਜਨਮਾਂ ਤੋਂ, ਸੰਗਤ ਵਿੱਚੋਂ, ਸਕੂਲ ਵਿੱਚੋਂ, ਸੰਬੰਧੀਆਂ ਕੋਲੋਂ, ਇਧਰੋਂ ਉਧਰੋਂ ਜੋ ਅਸੀਂ ਸੁਣਦੇ ਹਾਂ, ਉਹ ਸਾਡੇ ਮਨ ਦੀ ਮਾਨਤਾ ਬਣ ਜਾਂਦੀ ਹੈ। ਮਨ ਉਹਨੂੰ ਪੱਕੀ ਤਰ੍ਹਾਂ ਪਕੜ ਲੈਂਦਾ ਕਿ ਗੱਲ ਠੀਕ ਹੈ, ਭਾਵੇਂ ਉਹ ਠੀਕ ਹੈ ਕਿ ਨਹੀਂ ਇਹ ਨਹੀਂ ਉਹਨੂੰ ਪਤਾ। ਉਹਨੇ ਉਹਨੂੰ ਟਿਕ ਕਰਕੇ ਕਿ ਠੀਕ ਗੱਲ ਹੈ, ਉਹਨੇ ਆਪਣੇ ਅੰਦਰ ਠੀਕ ਸਮਝ ਕੇ ਬਿਠਾ ਲੈਣੀ। ਜਿਵੇਂ ਕਿ ਮਹਾਰਾਜ ਕਹਿੰਦੇ, ਪ੍ਰਸ਼ਾਦ ਵਾਲੇ ਸਿੰਘ ਨੂੰ ਕਹੋ ਵੀ ਤੇਰੀ ਆਵਾਜ਼ ਮੇਰੇ ਨਾਲੋਂ ਵੀ ਜ਼ਿਆਦੀ ਹੈ, ਅੰਦਰ ਆ ਰਹੀ ਹੈ। ਸੋ ਇਹ ਬੜੀ ਸੂਖਮਤਾ ਗੱਲ ਹੁੰਦੀ ਹੈ।
ਤਾਂ ਸੇਵਾ ਵੀ ਕਰਨੀ ਹੈ ਤਾਂ ਸੇਵਾ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ। ਉਹਦੇ ਵਾਸਤੇ ਵੀ ਸਾਨੂੰ ਇਹ ਬਣਾਉਣੀ ਪੈਂਦੀ ਹੈ। ਗੁਰੂ ਘਰ ਦੀ ਇੱਕ ਮਾਨਤਾ ਹੈ। ਦਾਸ ਮਹਾਂਪੁਰਸ਼ਾਂ ਕੋਲ, ਸੰਤ ਬਾਬਾ ਸੁੱਚਾ ਸਿੰਘ ਜੀ ਕੋਲ ਰਿਹਾ, ਮੈਂ ਸੁਣਿਆ ਉਹਨਾਂ ਨੇ, ਉਹ ਜਦੋਂ ਸਿੱਖਿਆ ਦਿੰਦੇ ਸੀ ਗੁਰਮਤਿ ਦੀ, ਤੇ ਉੱਥੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਜੇ ਪ੍ਰਸ਼ਾਦਾ ਛਕਣਾ ਤੇ ਇੱਕ ਉਂਗਲ ਖੜੀ ਕਰਨੀ, ਜੇ ਚਾਹ ਪੀਣੀ ਹੈ ਤੇ 2 ਉਂਗਲਾਂ ਖੜੀਆਂ ਕਰਨੀਆਂ ਨੇ, ਜੇ ਪਾਣੀ ਪੀਣਾ ਤੇ 3 ਉਂਗਲਾਂ ਖੜੀਆਂ ਕਰਨੀਆਂ ਨੇ, ਕਿਉਂਕਿ ਬੋਲਣਾ ਚੱਲਣਾ ਬਾਹਰ ਬਥੇਰਾ ਸੰਸਾਰ ਦਾ। ਇੱਥੇ ਤਾਂ ਮਨ ਨੇ ਜੇ ਚੁੱਪ ਕਰਨਾ ਹੈ, ਪਹਿਲਾਂ ਸਰੀਰ ਚੁੱਪ ਕਰੇਗਾ, ਫਿਰ ਅੰਦਰ ਜਾਵਾਂਗੇ, ਫਿਰ ਮਨ ਚੁੱਪ ਕਰੇਗਾ, ਤੇ ਫਿਰ ਪ੍ਰਮਾਤਮਾ ਦੀ ਆਵਾਜ਼ ਆਉਣੀ ਸ਼ੁਰੂ ਹੋਣੀ ਹੈ। ਸੋ ਫਿਰ ਤਵੱਜੋ ਦਿਓ, ਫਿਰ ਧਿਆਨ ਦਿਓ, ਇਕਾਗਰਤਾ ਬਣਾਓ। ਮਨ ਨੇ ਜਨਮਾਂ ਜਨਮਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਜਿਹੜਾ ਇਹਨੇ ਝੂਠ ਨੂੰ ਸੱਚ ਮੰਨ ਲਿਆ, ਉਹਨਾਂ ਦੀ ਸਾਰੀ ਬਾਣੀ ਜਿੰਨੇ 57 ਸ਼ਲੋਕ 63 ਸ਼ਬਦ ਨੇ, ਉਹਨਾਂ ਵਿੱਚ ਇਹਦੇ ਤੇ ਜ਼ੋਰ ਦਿੱਤਾ ਗਿਆ ਹੈ ਕਿ ਬੰਦੇ ਨੇ ਇੱਕ ਗਲਤੀ ਕੀਤੀ ਹੈ ਕਿ ਜੋ ਚੀਜ਼ਾਂ ਝੂਠੀਆਂ ਤੇ ਉਹਦੀਆਂ ਨਹੀਂ ਹਨ ਆਪਣੀਆਂ, ਉਸਨੇ ਇਹ ਮਾਨਤਾ ਬਣਾ ਲਈ ਹੈ ਕਿ ਇਹ ਮੇਰੀਆਂ ਹਨ ਤੇ ਸਦਾ ਹੀ ਮੇਰੇ ਕੋਲ ਹੀ ਰਹਿਣੀਆਂ। ਇਹ ਸਭ ਤੋਂ ਵੱਡੀ ਉਹਨੇ ਗਲਤੀ ਕਰ ਲਈ। ਇਹ ਚੀਜ਼ਾਂ ਸਾਰੀਆਂ ਮੇਰੀਆਂ ਹਨ ਤੇ ਮੇਰੇ ਕੋਲ ਹੀ ਰਹਿਣੀਆਂ ਨੇ। ਤਾਂ ਹੀ ਉਹ ਵਾਰ-ਵਾਰ ਕਹਿੰਦੇ ਨੇ ਕਿੱਧਰ ਭੁੱਲਿਆ ਫਿਰਨਾ। ਪਹਿਲਾ ਸ਼ਬਦ ਤੁਸੀਂ ਸੁਣ ਰਹੇ ਸੀ ਕਿ ਬੰਦਾ ਕਮਲਾ ਹੈ, ਸ਼ਬਦ ਬੌਰਾ ਵਰਤਿਆ ਉਹਨਾਂ ਨੇ। ਬੌਰੇ ਦਾ ਅਰਥ ਹੁੰਦਾ ਹੈ ਕਿ ਉਹ ਬੌਰੇ ਦਾ ਅਰਥ ਕਮਲਾ ਹੈ। ਠੀਕ ਹੈ, ਦੁਨੀਆ ਦੇ ਸੰਬੰਧ ਵਿੱਚ ਬੰਦਾ ਪੂਰਾ ਸਿਆਣਾ ਹੋਵੇਗਾ, ਕੋਈ ਜ਼ਰੂਰੀ ਨਹੀਂ ਗੁਰੂ ਦੇ ਸੰਬੰਧ ਵਿੱਚ ਪੂਰਾ ਸਿਆਣਾ ਹੋਵੇ। ਕਈ ਵਾਰੀ ਤੇ ਬਹੁਤੀ ਵਾਰੀ ਇਸ ਤਰ੍ਹਾਂ ਹੁੰਦਾ, ਦੁਨੀਆ ਦੇ ਸੰਬੰਧ ਵਿੱਚ ਬਹੁਤਾ ਸਿਆਣਾ ਬੰਦਾ ਗੁਰੂ ਕੋਲ ਆ ਕੇ ਕਮਲਾ ਗਿਣਿਆ ਜਾਂਦਾ, ਤੇ ਕਈ ਵਾਰੀ ਜਿਹਨੂੰ ਲੋਕ ਕਮਲਾ ਕਹਿੰਦੇ ਨੇ, ਗੁਰੂ ਉਹਨੂੰ ਸਭ ਤੋਂ ਸਿਆਣਾ ਕਹਿੰਦਾ। ਇਹ ਕਿਉਂਕਿ ਜੋੜ ਨਹੀਂ ਬਣਦਾ। ਮੈਂ ਹੁਣ ਸ਼ਬਦ ਨਹੀਂ ਵਰਤਣਾ ਚਾਹੁੰਦਾ ਗੁਰੂ ਸਾਹਿਬ ਵਾਸਤੇ, ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਬਕਾਲੇ ਦੇ ਲੋਕ ਇਹ ਸ਼ਬਦ ਵਰਤਦੇ ਸੀ, ਮਹਾਰਾਜ ਦਾ ਸਿੱਧਾ ਨਾਮ ਹੀ ਨਹੀਂ ਸੀ ਲੈਂਦੇ। ਸੋ ਇਹ ਸਾਧ ਸੰਗਤ ਜੀ, ਇਹ ਸਿਆਣਪ ਰੱਬ ਦੇ ਘਰ ਦੀ ਹੋਰ ਹੈ, ਦੁਨੀਆ ਦੀ ਸਿਆਣਪ ਹੋਰ ਹੈ। ਜਿੰਨੀ ਸਿਆਣਪ ਦੁਨੀਆ ਦੀ ਜ਼ਿਆਦਾ ਹੋਵੇਗੀ, ਜਿੰਨੀ ਇਹ ਨਹੀਂ ਕਿ ਸਿਆਣਪ ਮਾੜੀ ਹੈ। ਦੁਨੀਆ ਦੀ ਪੜ੍ਹਾਈ, ਵਿਦਿਆ, ਸਿਆਣਪ, ਇਹ ਚੀਜ਼ਾਂ ਸਾਰੀਆਂ ਚੰਗੀਆਂ ਨੇ, ਪਰ ਜਦੋਂ ਇੰਨੀਆਂ ਵੱਧ ਜਾਣ ਕਿ ਸਾਧ ਸੰਗਤ, ਉਹ ਚੀਜ਼ਾਂ ਸਾਡੀ ਜ਼ਿੰਦਗੀ ਦਾ ਬੋਝ ਬਣ ਜਾਂਦੀਆਂ। ਬੋਝ ਬਣਨ ਤੋਂ ਬਾਅਦ ਫਿਰ ਸਾਡੇ ਅੱਗੇ ਰੁਕਾਵਟ ਬਣਦੀਆਂ। ਜਦੋਂ ਅਸੀਂ ਬੰਦਗੀ ਕਰਨੇ ਆ, ਸਿੱਧੇ ਰਾਹ ਤੇ ਤੁਰਨੇ ਆ, ਤੇ ਉਹ ਚੀਜ਼ਾਂ ਸਾਡੇ ਅੱਗੇ ਅੜਦੀਆਂ ਨੇ। ਕਈ ਚੀਜ਼ਾਂ ਤੁਸੀਂ ਵੇਖਿਆ, ਜ਼ਿਆਦਾ ਪੜ੍ਹੇ ਲਿਖੇ ਲੋਕ ਵਿਚਾਰੇ, ਉਹਨਾਂ ਦੇ ਸ਼ੰਕੇ ਜ਼ਿਆਦਾ ਹੁੰਦੇ ਨੇ, ਕਿਉਂਕਿ ਗਿਆਨ ਅੰਦਰ ਭਰਿਆ ਗਿਆ। ਉਹ ਗਿਆਨ ਉਹ ਦੁਨੀਆ ਦਾ, ਤੇ ਉਹਨੂੰ ਜਦੋਂ ਉਹ ਗੁਰੂ ਦੀ ਗੱਲ ਸੁਣਦੇ ਨੇ, ਉਹਦੇ ਨਾਲ, ਉਹਨਾਂ ਦੇ ਗਿਆਨ ਦੇ ਨਾਲ ਗੱਲ ਮੇਲ ਨਹੀਂ ਖਾਂਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਭ ਤੋਂ ਵੱਡੀ ਜਿਹੜੀ ਬੰਦੇ ਨੇ ਮਾਨਤਾ ਮਨ ਦੇ ਵਿੱਚ ਮਨੌਤ ਬਣਾ ਲਈ ਹੈ। ਮਨੌਤ ਦਾ ਮਤਲਬ ਹੁੰਦਾ ਵੀ ਜਿਹੜੀ ਚੀਜ਼ ਨੂੰ ਉਹਨੇ ਮੰਨ ਲਿਆ, ਉਹ ਇਹ ਬਣਾ ਲਈ ਕਿ ਦੁਨੀਆ ਸੱਚੀ ਹੈ ਤੇ ਮੇਰੀ ਹੈ। ਇਹ ਦੋਵੇਂ ਮਨੌਤਾਂ ਝੂਠੀਆਂ ਨੇ। ਸਾਰੇ ਸ਼ਬਦਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜਿਹੜੀ ਮਨੌਤ ਬਣਾਉਣੀ ਸੀ ਉਹ ਜਪਜੀ ਸਾਹਿਬ ਵਿੱਚ ਲਿਖੀ ਹੋਈ ਹੈ। ਉਹ ਜਿਹੜੀ ਮਨੌਤ ਇਹਨੇ, ਜਿਹੜੀ ਮਾਨਤਾ ਦੇਣੀ ਸੀ, ਉਹ ਜਪਜੀ ਸਾਹਿਬ ਦੇ ਵਿੱਚ ਲਿਖੀ ਹੋਈ ਹੈ। ਮੰਨੇ ਦੀਆਂ ਜਿਹੜੀਆਂ ਪੌੜੀਆਂ ਤੁਸੀਂ ਪੜ੍ਹੋ, ਜੇ ਕਿਤੇ ਇਹ ਅਕਾਲ ਪੁਰਖ ਦੇ ਨਾਮ ਨੂੰ ਸੱਚਾ ਕਰਕੇ ਮੰਨ ਲਵੇ ਤਾਂ ਕਿੰਨੀ ਤਾਕਤ ਆ ਸਕਦੀ ਇਹਦੇ ਵਿੱਚ। ਉਹਨੂੰ ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਜਿਨਨੇ ਇਹ ਮੰਨ ਲਿਆ ਕਿ ਆ ਜੋ ਦਿਸਦਾ ਹੋਇਆ ਪਸਾਰਾ ਹੈ, ਬਣਦਾ ਤੇ ਮਿਟਦਾ ਰਹਿੰਦਾ, ਔਰ ਵਕਤੀ ਤੌਰ ਤੇ ਕੰਮ ਆਉਂਦਾ ਜ਼ਰੂਰ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਨਹੀਂ ਕਿ ਜਿਹੜਾ ਮਟੀਰੀਅਲ ਹੈ, ਜਿਹੜਾ ਪਦਾਰਥ ਹੈ, ਜਿਹੜੇ ਮਾਇਆ, ਇਹ ਨਿੰਦਣ ਯੋਗ ਹੈ ਜਾਂ ਨਫ਼ਰਤ ਕਰਨ ਯੋਗ ਹੈ। ਨਹੀਂ,
ਇਹ ਦੁਨੀਆ ਦੀ ਤੇ ਪਾਵਰ ਹੈ। ਦੁਨੀਆ ਵਿੱਚ ਤੁਸੀਂ ਚੱਲਣਾ ਤੇ ਤੁਹਾਨੂੰ ਪਦਾਰਥ ਦੇ ਹਰ ਪੱਖ ਦੀ ਲੋੜ ਪੈਂਦੀ ਹੈ, ਕੋਲ ਰੱਖਣਾ ਪੈਂਦਾ ਹੈ, ਕਮਾਈ ਕਰਨੀ ਪੈਂਦੀ, ਕਿਰਤ ਕਰਨੀ ਪੈਂਦੀ ਹੈ, ਕੁੱਲੀ ਗੁੱਲੀ ਜੁੱਲੀ ਦੀ ਸਾਰਿਆਂ ਨੂੰ ਲੋੜ ਪੈਂਦੀ ਹੈ, ਬੱਚੇ ਪੜ੍ਹਾਉਣੇ ਪੈਂਦੇ ਨੇ, ਸਭ ਕੁਝ ਕਰਨਾ ਪੈਂਦਾ। ਗਲਤੀ ਕਦੋਂ ਹੁੰਦੀ ਹੈ? ਜਦੋਂ ਬੰਦਾ ਸੋਚ ਲੈਂਦਾ ਵੀ ਇਹ ਸੱਚ ਹੈ। ਇਹ ਸਮਝਣਾ ਹੈ ਬੜਾ ਔਖਾ। ਇਸ ਲਈ ਜਿਨ੍ਹਾਂ ਦੀ ਮਾਨਤਾ ਬਦਲ ਗਈ ਹੈ, ਅਜੇ ਸਾਡੀ ਮਾਨਤਾ ਹੋਰ ਹੈ। ਅਜੇ ਸਾਡੀ ਮਾਨਤਾ ਜਿੰਨੀ ਆਪਣੇ ਪਰਿਵਾਰ ਵਾਸਤੇ ਹੈ ਉਨੀ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਗੱਲ ਭਾਵੇਂ ਸਮਝ ਆ ਵੀ ਜਾਏ, ਫਿਰ ਕਹਿੰਦੇ ਵੇਖਾਂਗੇ ਅਗਲੇ ਸਾਲ ਮੰਨਣ, ਜਦੋਂ ਟਾਈਮ ਆਇਆ, ਅਜੇ ਬਥੇਰੀ ਸਮਾਂ ਹੈ, ਫਿਰ ਵੇਖਾਂਗੇ ਮੰਨਣੀ ਹੋਈ ਤੇ ਮੰਨ ਲਾਂਗੇ, ਕੋਈ ਗੱਲ ਨਹੀਂ। ਪਰ ਜਿਹੜੀ ਸੰਸਾਰ ਦੀ ਗੱਲ ਸਾਨੂੰ ਪਿੱਛੋਂ ਜਨਮਾਂ ਜਨਮਾਂਤਰਾਂ ਤੋਂ ਆ ਰਹੀ, ਸਾਡੇ ਵਿੱਚ ਪੱਕੀ ਹੋਈ ਬੈਠੀ ਹੈ, ਔਰ ਸਾਨੂੰ ਜੋ ਇਥੋਂ ਪਰਿਵਾਰ ਨੇ ਜਨਮ ਲੈਂਦਿਆਂ ਸਾਰ ਝੂਠ ਸਿਖਾਇਆ ਹੈ। ਝੂਠ ਹੀ ਬੋਲਣਾ, ਜਿਵੇਂ ਤੁਸੀਂ ਸੁਣਦੇ ਹੋ ਨਾ ਕਹਾਣੀ ਆਮ ਤੌਰ ਤੇ, ਇਹ ਛੋਟਾ ਜਿਹਾ ਬੱਚਾ ਸੀ, ਉਹਨੂੰ ਸ਼ੁਰੂ ਤੋਂ ਹੀ ਝੂਠ ਸਿਖਾਇਆ ਜਾਂਦਾ ਸੀ। ਸਾਦਗੀ ਸਿਖਾਈ ਨਹੀਂ ਜਾਂਦੀ, ਚਲਾਕੀ ਸਿਖਾਈ ਜਾਂਦੀ ਹੈ। ਤੇ ਜਿੰਨੀ ਚਲਾਕੀ ਹੈ ਬੰਦੇ ਦੇ ਦਿਮਾਗ ਵਿੱਚ, ਉਹਨਾਂ ਗੁਰੂ ਦੇ ਨੇੜੇ ਜਾਣਾ ਔਖਾ ਹੋ ਜਾਂਦਾ। ਪਰ ਇਹ ਤਾਂ ਹੁਣ ਵਾਧੀ ਬੜੀ ਗਈ ਹੈ। ਇਹਨੂੰ ਕਹਿੰਦੇ ਨੇ ਰਾਜਨੀਤੀ। ਰਾਜਨੀਤਿਕਾਂ ਦੇ ਕੋਲ ਤੇ ਰਾਜਨੀਤੀ ਹੁੰਦੀ ਹੋਈ ਹੈ। ਸਾਧ ਸੰਗਤ ਜੀ, ਧਰਮੀ ਲੋਕੀ ਵੀ ਰਾਜਨੀਤੀ ਵਰਤਦੇ ਨੇ, ਸਿਆਸਤ ਵਰਤਦੇ ਨੇ। ਤਾਂ ਛੋਟੇ ਜਿਹੇ ਬੱਚੇ ਨੂੰ ਪਿਤਾ ਕਹਿੰਦੇ, ਬਾਹਰੋਂ ਕਿਸੇ ਨੇ ਕੁੰਡਾ ਖੜਕਾਇਆ ਤੇ ਉਹ ਬੰਦਾ ਬਾਹਰੋਂ ਮਿਲਣ ਆਇਆ, ਉਹਨੇ ਪੈਸੇ ਲੈਣੇ ਸਨ, ਉਹਦੀ ਮਾਇਆ ਰਹਿੰਦੀ ਸੀ, ਤੇ ਬਾਪ ਘਰ ਬੈਠਾ। ਉਹ ਬੱਚੇ ਨੂੰ ਕਹਿੰਦਾ ਜਾ ਦਰਵਾਜ਼ਾ ਖੋਲ ਕੇ ਉਹਨੂੰ ਕਹਿਆ ਵੀ ਮੇਰੇ ਪਿਤਾ ਜੀ ਘਰ ਨਹੀਂ ਆ। ਉਹ ਬੱਚਾ ਗਿਆ ਤੇ ਉਹਨੇ ਜਾ ਕੇ ਦਰਵਾਜ਼ਾ ਖੋਲਿਆ ਤੇ ਕਹਿੰਦੇ ਵੀ ਤੇਰਾ ਡੈਡੀ, ਤੇਰਾ ਬਾਪ ਕਿੱਥੇ ਹੈ? ਕਹਿਣ ਲੱਗੇ, ਉਹ ਬੱਚਾ ਵਿਚਾਰਾ ਕਹਿੰਦਾ ਵੀ ਮੇਰੇ ਪਿਤਾ ਜੀ ਕਹਿੰਦੇ ਹਨ ਵੀ ਪਿਤਾ ਜੀ ਘਰ ਨਹੀਂ ਹਨ। ਮਤਲਬ ਕੀ ਹੈ? ਉਹਨੇ ਤਾਂ ਉਹ ਗੱਲ ਕਰ ਦੇਣੀ ਹੈ ਜੋ ਗੱਲ ਹੈ। ਹੁਣ ਜੋ ਗੱਲ ਹੈ ਜਦੋਂ ਉਹ ਮੰਨੀ ਜਾਏ, ਜੋ ਸਚਾਈ ਰਹਿੰਦੀ ਹੈ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਮਾਨਤਾ ਜਿੰਨਾ ਚਿਰ ਤੇਰੀ ਨਹੀਂ ਟੁੱਟਦੀ, ਜੋ ਤੂੰ ਫਿਕਸ ਕਰ ਲਿਆ, ਜਿਹੜਾ ਤੇਰਾ ਹੁਣ ਤੱਕ ਦਾ ਗਿਆਨ ਹੈ, ਉਹ ਕੂੜਾ ਪਹਿਲਾਂ ਵਿੱਚੋਂ ਕੱਢਣਾ ਪਏਗਾ। ਮੱਥਾ ਟੇਕਣ ਦਾ ਵੀ ਮਤਲਬ ਇਹ ਹੈ ਵੀ ਆਪਾਂ ਜਿਵੇਂ ਕੂੜਾ, ਜੇ ਕਿਸੇ ਚੀਜ਼ ਵਿੱਚੋਂ ਆਪਾਂ ਭਾਂਡਾ ਧੋਣਾ ਹੈ ਤੇ ਭਾਂਡੇ ਨੂੰ ਇੱਕ ਵਾਰੀ ਮੂਧਾ ਜ਼ਰੂਰ ਕਰਨਾ ਪੈਂਦਾ, ਸਿੱਧਾ ਨਹੀਂ ਧੁੱਪਦਾ। ਸਿੱਧੇ ਨੂੰ ਆਪਾਂ ਮਾਂਜ ਸਕਨੇ ਆ, ਪਰ ਉਹਦੇ ਵਿੱਚੋਂ ਕਾਲ ਕੱਢਣ ਵਾਸਤੇ ਇੱਕ ਵਾਰੀ ਮੂਧਾ ਜ਼ਰੂਰ ਕਰਨਾ ਪੈਂਦਾ। ਸਿਰ ਨੀਵਾਂ ਕਰਨ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਹ ਮਹਾਰਾਜ ਮੇਰੇ ਅੰਦਰ ਜੋ ਹੁਣ ਤੱਕ ਦਾ ਕੂੜਾ ਕਰਕਟ ਜਿਹੜਾ ਜੰਮਿਆ ਹੋਇਆ ਹੈ, ਇਹ ਕਿਰਪਾ ਕਰਕੇ ਕੱਢ ਦਿਓ। ਤਾਂ ਉਹ ਜਦੋਂ ਨਿਕਲ ਜਾਂਦਾ ਸਾਰਾ ਕੁਝ, ਜਦੋਂ ਉਹ ਸਾਰਾ ਕੁਝ ਨਿਕਲਦਾ ਤੇ ਫਿਰ ਅੰਦਰ ਜਦੋਂ ਸ਼ੁੱਧ ਹੋ ਜਾਂਦਾ ਹੈ, ਜਿਉਂ-ਜਿਉਂ ਅੰਦਰ ਧੁੱਪਦਾ ਜਾਏਗਾ, ਜਿਉਂ-ਜਿਉਂ ਅੰਦਰ ਧੁੱਪਦਾ ਜਾਏਗਾ। ਇਸ ਕਰਕੇ ਗੁਰੂ ਸਾਹਿਬ ਨੇ ਜੋਗ ਮਤ ਵਿੱਚ ਤੇ ਸਹਿਜ ਮਤ ਵਿੱਚ ਇਹ ਫਰਕ ਰੱਖਿਆ ਸਿੱਖੀ ਦੇ ਵਿੱਚ। ਜੋਗ ਕੱਲੀ ਇਕਾਗਰਤਾ ਸਿਖਾਉਂਦਾ ਹੈ, ਸਿੱਖੀ ਇਕਾਗਰਤਾ ਦੇ ਨਾਲ ਨਾਲ ਸਵੱਛਤਾ ਸਿਖਾਉਂਦੀ ਹੈ ਕਿ ਮਨ ਨੂੰ ਸ਼ੁੱਧ ਕਰਨਾ ਹੈ। ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੇ ਦੇ ਸ਼ਬਦ ਹੀ ਖਾਲਸਾ ਵਰਤ ਦਿੱਤਾ, ਜਿਹੜੇ ਸਿੱਖ ਦੀ ਉਹਨਾਂ ਨੇ ਪਰਿਭਾਸ਼ਾ ਦਿੱਤੀ ਹੈ। ਅੰਮ੍ਰਿਤ ਛਕਾਉਣ ਦਾ ਮਤਲਬ ਵੀ ਖਾਲਸਾ, ਆਪਾਂ ਬੁਲਾਉਂਦੇ ਵੀ ਫਤਿਹਾਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦਾ ਮਤਲਬ ਹੈ ਸ਼ੁੱਧ, ਸ਼ੁੱਧਤਾ ਹੈ। ਹੁਣ ਜਦੋਂ ਸ਼ੁੱਧਤਾ ਦੀ ਗੱਲ ਆਉਂਦੀ ਹੈ ਤੇ ਅੰਦਰ ਭਰਿਆ ਕੀ ਪਿਆ? ਕਿਉਂਕਿ ਮਨ ਜਿਹੜਾ ਹੈ, ਮਨ ਦੀ ਕੋਈ ਤਸਵੀਰ ਤੇ ਕੋਈ ਤਸਵੀਰ ਸਾਹਮਣੇ ਹੈ ਨਹੀਂ ਵੀ ਤੁਸੀਂ ਹੱਥ ਨਾਲ ਫੜ ਲਓ, ਨਾ ਉਹਦੀ ਮੈਲ ਦਾ ਪਤਾ ਲੱਗੇ, ਨਾ ਮਨ ਦੇ ਸਰੂਪ ਦਾ ਪਤਾ ਲੱਗੇ। ਤਾਂ ਮਨ ਦੀ ਮੈਲ ਕਿਹੜੀ ਹੈ ਵੀ ਸਾਨੂੰ ਪਤਾ ਲੱਗੇ ਵੀ ਮਨ ਬਹੁਤਾ ਮੈਲਾ ਹੈ। ਇਹ ਨਿਸ਼ਾਨੀ ਹੈ ਮੈਲੇ ਮਨ ਦੀ ਕਿ ਜਦੋਂ ਅਸੀਂ ਇਕਾਗਰਤਾ ਵਿੱਚ ਹੋ ਕੇ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰਨੇ ਆ ਤੇ ਜ਼ਿਆਦਾ ਮਨ ਦੌੜਦਾ ਭੱਜਦਾ, ਇਹਦਾ ਮਤਲਬ ਹੈ ਮਨ ਦੇ ਵਿੱਚ ਮੈਲ ਹੈ। ਜਿਹੜੀ ਤਰ੍ਹਾਂ ਦੀ ਵੀ ਮੈਲ ਹੋਵੇਗੀ, ਜੇ ਕਾਮ ਦੀ ਹੋਵੇਗੀ ਤੇ ਕਾਮ ਦੇ ਫੁਰਨੇ ਆਉਣਗੇ, ਜੇ ਕ੍ਰੋਧ ਦੀ ਮੈਲ ਹੋਵੇਗੀ ਤੇ ਗੁੱਸਾ ਚੜੇਗਾ, ਜੇ ਲੋਭ ਦੀ ਹੋਵੇਗੀ ਤੇ ਕਿਲੇ ਬਣਾਉਣ ਲੱਗ ਪਏਗਾ ਵੀ ਆਹ ਬਣਾਉਣਾ, ਏਡੀ ਵੱਡੀ ਕੋਠੀ ਬਣਾਉਣੀ ਹੈ, ਫਲਾਣੀ ਕਾਰ ਲੈਣੀ।
ਮੋਹ ਵੀ ਵੱਧ ਸਕਦਾ, ਹੰਕਾਰੀ ਵੀ ਹੋ ਸਕਦਾ ਬੰਦਾ। ਇਹ ਚੀਜ਼ਾਂ ਅੰਦਰੋਂ ਨਾਮ ਨੇ ਕੱਢਣੀਆਂ ਨੇ ਬਾਹਰ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਜਾਏ ਦਾ ਮਤਲਬ ਨਿਕਲੇਗੀ ਅੰਦਰੋਂ। ਉਦੋਂ ਫਿਰ ਕਈ ਵਾਰੀ ਨਾਮ ਜਪਣ ਵਾਲੇ ਇਹ ਕਹਿਣ ਲੱਗ ਪੈਂਦੇ ਨੇ ਵੀ ਜਦੋਂ ਨਹੀਂ ਸੀ ਜਪਦੇ ਉਦੋਂ ਤਾਂ ਕੋਈ ਖਿਆਲ ਨਹੀਂ ਸੀ ਆਉਂਦਾ, ਮਨ ਇਕਾਗਰ ਰਹਿੰਦਾ ਸੀ, ਤੇ ਹੁਣ ਜਦੋਂ ਦਾ ਜਪਣ ਲੱਗੇ ਆ ਉਦੋਂ ਦਾ ਸਗੋਂ ਜ਼ਿਆਦਾ ਖਿਆਲ ਆਉਂਦੇ ਨੇ। ਉਹ ਮਹਾਰਾਜ ਕਹਿੰਦੇ ਵੀ ਆਉਂਦੇ ਨਹੀਂ ਜਾਂਦੇ ਨੇ। ਜੇ ਤੇ ਜ਼ਿਆਦਾ ਜ਼ੋਰ ਹੋਵੇ, ਬੰਦਾ ਤਗੜਾ ਹੋ ਕੇ ਜਪੇ, ਯਾਨੀ ਕਿ ਉਹਦੀ ਜਿਹੜੀ ਆਪੋ ਆਪਣੀ ਪਾਵਰ ਹੈ ਨਾ, ਬੰਦੇ ਦੀ ਸੁਰਤ ਵਿੱਚ ਕਿੰਨੀ ਕੁ ਪਾਵਰ ਨਾਲ ਕੰਮ ਕਰਦਾ। ਹਰ ਇੱਕ ਦੀ ਪਾਵਰ ਇੱਕੋ ਜਿਹੀ ਨਹੀਂ ਹੁੰਦੀ। ਕਿਸੇ ਦਾ ਮਨ ਤਗੜਾ ਹੁੰਦਾ, ਕਿਸੇ ਦਾ ਮਨ ਕਮਜ਼ੋਰ। ਜਾਂ ਇਹਦੇ ਵਾਸਤੇ ਸਭ ਤੋਂ ਚੰਗਾ ਇਹ ਮਹਾਰਾਜ ਨੇ ਕਿਹਾ ਕਿ ਸਾਧੂ ਦੀ ਸੰਗਤ ਕਰ। ਸਾਧੂ ਦੀ ਸੰਗਤ ਦੇ ਵਿੱਚ ਇਹ ਘਾਲਣਾ ਸੌਖੀ ਹੋ ਜਾਂਦੀ, ਕਿਉਂਕਿ ਸਪੋਰਟ ਮਿਲ ਜਾਂਦੀ। ਆਪਾਂ ਸੰਗਤ ਕਰ ਲੈਂਦੇ ਹਾਂ, ਆਪਾਂ ਪੁੱਛ ਲੈਂਦੇ ਹਾਂ, ਅੱਗੇ ਵੱਧ ਜਾਂਦੇ ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਹੱਠ ਕਰਨ ਨੂੰ ਨਹੀਂ ਕਿਹਾ ਵੀ ਜ਼ੋਰ ਲਾ ਕੇ ਤੂੰ ਇੱਕ ਚੀਜ਼ ਦੇ ਉੱਤੇ ਇਕਾਗਰਤਾ ਪੈਦਾ ਕਰ। ਇਹ ਤੇ ਮੂਰਤੀ ਪੂਜਾ ਹੈ। ਤੁਸੀਂ ਕਿਸੇ ਇੱਕ ਚੀਜ਼ ਦੇ ਉੱਤੇ ਧਿਆਨ ਲਾਉਂਦੇ ਹੋ, ਇਕਾਗਰ ਕਰਦੇ ਹੋ, ਮਨ ਨੂੰ ਧੱਕੇ ਨਾਲ। ਮਹਾਰਾਜ ਕਹਿੰਦੇ ਵੀ ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਲਗਾਤਾਰ ਮੇਰਾ ਸਿੱਖ ਜਿਹੜਾ ਉਹਦੇ ਅੰਦਰ ਸ਼ਬਦ ਚੱਲਦਾ ਰਹੇ, ਸ਼ਬਦ ਦੀ ਆਵਾਜ਼ ਗੁੰਜਾਰ ਆਉਂਦੀ ਰਵੇ। ਜਿੰਨਾ ਚਿਰ ਨਿਤਨੇਮ ਦਾ ਟਾਈਮ ਹੈ ਮੂੰਹੋਂ ਬੋਲ ਕੇ ਕਰੇ। ਜਦੋਂ ਨਿਤਨੇਮ ਦਾ ਟਾਈਮ ਲੰਘ ਜਾਏ, ਫਿਰ ਦਿਨੇ ਜਦੋਂ ਟਾਈਮ ਮਿਲੇ ਆਪਣੇ ਅੰਤਰ ਆਤਮੇ ਵਿੱਚ ਸ਼ਬਦ ਨੂੰ ਦੁਹਰਾਏ, ਸ਼ਬਦ ਨੂੰ ਫਿਰ ਜਪੇ, ਆਪਣੇ ਅੰਦਰ ਉਹਦਾ ਅਭਿਆਸ ਕਰੇ, ਤਾਂ ਕਿ ਮਨ ਦੀ ਮੈਲ ਜਿਹੜੀ ਉਹ ਸ਼ਬਦ ਦੇ ਪਾਣੀ ਨਾਲ ਅੰਦਰੋਂ ਧੁੱਪੇ। ਕਿਉਂਕਿ ਮਨ ਨੂੰ ਮੈਲ ਲੱਗੀ ਹੋਈ ਉਸ ਆਸਾ ਦੀ ਵਾਰ ਵਿੱਚ ਮਹਾਰਾਜ ਨੇ ਦੱਸੀ ਹੈ, ਮਨ ਕਾ ਸੂਤਕ ਲੋਭ ਹੈ। ਸੂਤਕ ਦਾ ਅਰਥ ਹੈ ਮੈਲ। ਮਨ ਦੀ ਜਿਹੜੀ ਮੈਲ ਹੈ ਉਹ ਸਭ ਤੋਂ ਜ਼ਿਆਦਾ ਜਿਹੜੀ ਸਾਡੇ ਅੰਦਰ ਲੱਗੀ ਹੋਈ ਉਹ ਲੋਭ ਹੈ। ਤੇ ਲੋਭ ਦਾ ਅਰਥ ਕੱਲੀ ਮਾਇਆ ਨਹੀਂ, ਪੈਸੇ ਕਰੰਸੀ ਨਹੀਂ ਹੁੰਦੀ। ਲੋਭ ਕਈ ਪ੍ਰਕਾਰ ਦਾ ਹੋ ਸਕਦਾ ਹੈ। ਇਸ ਕਰਕੇ ਸਭ ਤੋਂ ਜ਼ਿਆਦਾ ਲੋਭ ਦੀ ਗੱਲ ਹੈ। ਮਨ ਕਾ ਸੂਤਕ ਲੋਭ ਹੈ, ਜੇ ਵਾ ਸੂਤਕ ਕੂੜ। ਜ਼ੁਬਾਨ ਮੈਲੀਏ ਝੂਠ ਬੋਲਣ ਕਰਕੇ। ਅੱਖੀ ਸੂਤਕ ਵੇਖਣਾ ਪਰ ਤਰਿਆ ਪਰ ਤਨ ਰੂਪ। ਅੱਖਾਂ ਦੇ ਨਾਲ ਪਰਾਇਆ ਰੂਪ, ਕਾਮ ਦ੍ਰਿਸ਼ਟੀ ਦੇ ਨਾਲ ਤੱਕਣਾ, ਇਹ ਸਾਧ ਸੰਗਤ ਦੀ ਅੱਖਾਂ ਦੀ ਮੈਲ ਹੈ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ। ਕੰਨ ਮੈਲੇ ਹੁੰਦੇ ਨੇ ਦੂਜੇ ਦੀ ਨਿੰਦਿਆ ਸੁਣਨ ਦੇ ਨਾਲ। ਉਹਦੇ ਨਾਲ ਤੂੰ ਸ਼ਬਦਾਂ ਵਿੱਚ ਸੁਣ ਰਹੇ ਸੀ ਨਾ ਕਿ ਨਾਹੇ ਮਾਨ ਅਪਮਾਨਾ। ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਅਕਾਲ ਪੁਰਖ ਦੀ, ਵਾਹਿਗੁਰੂ ਦੀ ਰਹਿਮਤ ਹੋ ਜਾਂਦੀ ਹੈ, ਉਹਨੂੰ ਸਾਧ ਸੰਗਤ ਦੀ ਮਾਨ ਤੇ ਅਪਮਾਨ ਇੱਕੋ ਜਿਹਾ ਲੱਗਣ ਲੱਗ ਪੈਂਦੇ ਨੇ। ਹੁਣ ਕਿੱਡੀ ਔਖੀ ਗੱਲ ਹੈ। ਅਪਮਾਨ ਤੇ ਮਾਣ, ਜਿਹੜਾ ਸਾਡਾ ਸਨਮਾਨ ਕਰੇ ਤੇ ਜਿਹੜਾ ਅਪਮਾਨ ਕਰੇ, ਦੋਵੇਂ ਇੱਕੋ ਜਿਹਾ ਲੱਗਣ ਬੜੀ ਔਖੀ ਗੱਲ ਹੈ। ਪਰ ਇਹ ਅਵਸਥਾ ਤਾਂ ਆਉਂਦੀ ਹੈ ਜੇ ਅੰਦਰ ਨਾਮ ਦੀ ਕਮਾਈ ਹੋਵੇਗੀ ਤੇ ਨਾਮ ਦਾ ਅਭਿਆਸ ਕਰੇਗਾ। ਤੇ ਸਿੱਖੀ ਹੈ ਹੀ ਅਭਿਆਸ ਦਾ ਨਾਮ ਹੈ, ਵਿਹਲੇ ਰਹਿਣ ਦਾ ਨਾਮ ਨਹੀਂ ਸਿੱਖੀ। ਵੇਖੋ ਮਾਮੂਲੀ ਜਿਹਾ ਆਪਣਾ ਨਾਂ ਲਿਖਣਾ ਹੋਵੇ, ਸਿੱਖਣਾ ਹੋਵੇ ਵੀ ਮੇਰਾ ਨਾਂ ਕੀ ਹੈ, ਜਾਂ ਮੇਰੇ ਪਿਤਾ ਦਾ ਨਾਂ ਕੀ ਹੈ, ਜਾਂ ਇਹ ਬੱਸ ਕਿੱਥੇ ਚੱਲੀ ਹੈ, ਜਾਂ ਫਲਾਈਟ ਕਿੱਥੇ ਜਾਣੀ ਹੈ, ਮੋਟਾ ਜਿਹਾ ਕੰਮ ਪੜ੍ਹਨਾ ਹੋਵੇ ਤੇ 10-12 ਸਾਲ ਤੇ ਉਹਦੇ ਤੇ ਲਾਣੇ ਪੈਂਦੇ। ਰੋਜ਼ 8 ਘੰਟੇ ਪੜ੍ਹਨਾ ਪੈਂਦਾ, ਤਾਂ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਵੀ ਬਿੱਲ ਕਿੰਨਾ ਆਇਆ, ਟਿਕਟ ਕਰਾਉਣੀ ਹੈ। ਛੋਟੇ ਮੋਟੇ ਕੰਮ ਜਿਹੜੇ ਨੇ 10-12 ਸਾਲ ਤੇ ਇਹਦੇ ਤੇ ਲਾਉਣੇ ਪੈਂਦੇ। 10-12 ਕਲਾਸਾਂ ਪੜ੍ਹਨੀਆਂ ਤਾਂ ਇਹ ਚੀਜ਼ਾਂ ਆਉਣਗੀਆਂ। ਅੱਗੇ ਜੇ ਕਿਸੇ ਅਹੁਦੇ ਤੇ ਕੰਮ ਕਰਨਾ ਤੇ ਫਿਰ ਹੋਰ 10 ਸਾਲ ਹੋਰ ਲਾਉਣੇ ਪੈਣਗੇ। ਤੇ ਜੇ ਇਹਦੇ ਵਿੱਚੋਂ ਸਾਨੂੰ ਪੁੱਛਿਆ ਜਾਏ ਵੀ ਤੂੰ ਸਿੱਖੀ ਵਾਸਤੇ ਕਿੰਨੇ ਕੁ ਸਾਲ ਲਾਏ ਨੇ, ਕਿੰਨੇ ਕੁ ਘੰਟੇ ਲਾਏ ਨੇ, ਮੇਰੇ ਖਿਆਲ ਵਿੱਚ ਸਾਡੇ ਕੋਲ ਜੋੜੀਏ ਤਾਂ ਕੋਈ ਟਾਈਮ ਨਹੀਂ ਹੋਵੇਗਾ ਵੀ ਜਿਹੜਾ ਅਸੀਂ ਸਿੱਖੀ ਵਾਸਤੇ ਲਾਇਆ ਹੋਵੇ। ਉਂਝ ਵੈਸੇ ਅਸੀਂ ਹੁੰਨੇ ਆ ਨੰਬਰਦਾਰ ਸਿੱਖੀ ਦੇ। 8 ਘੰਟੇ ਰੋਜ਼ ਪੜ੍ਹਦਾ ਬੱਚਾ 12 ਸਾਲ ਤੇ ਉਹਨੂੰ ਪੂਰੀ ਜੀ ਪੜ੍ਹਾਈ ਆਉਂਦੀ ਹੈ, ਤੇ ਤਾਂ ਉਹਨੂੰ ਕਹਿੰਦੇ ਨੇ ਵੀ ਇਹ ਪੜ੍ਹ ਲੈਂਦਾ ਕੁਝ ਨਾ ਕੁਝ। ਤੇ ਜੇ ਉਹਨੇ ਆਫੀਸਰ ਲੱਗਣਾ ਤੇ 10 ਸਾਲ ਹੋਰ ਲਾਉਂਦਾ, 22 ਸਾਲ ਲਾਉਂਦਾ, ਤੇ ਤਾਂ ਜਾ ਕੇ 22-25 ਸਾਲ ਦੇ ਵਿੱਚ ਉਹ ਅਫਸਰ ਬਣਦਾ ਹੈ ਕਿਸੇ ਚੀਜ਼ ਦਾ। ਤੇ ਇੱਥੇ ਜਿਹੜੀ ਸਿੱਖੀ ਹੈ
ਇਹ ਸਿੱਖੀ ਦੇ ਵਿੱਚ ਸਾਧ ਸੰਗਤ ਜੀ ਜਿਹਨੂੰ ਕਹਿੰਦੇ ਨੇ ਬਈ ਬਣਨਾ, ਸਾਰੀ ਦੁਨੀਆ ਦੇ ਮਾਲਕ ਬਣ ਜਾਣਾ, ਜਿਹਦੇ ਵਿੱਚ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਬਾਦਸ਼ਾਹ ਬਣਨਾ ਹੈ, ਇੰਨੀ ਉੱਚੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ, ਤੇ ਉਹਦੇ ਵਾਸਤੇ ਟਾਈਮ ਤੇ ਮਹਾਰਾਜ ਕਹਿੰਦੇ ਸਿੱਖਾ ਤੂੰ ਸਵੇਰੇ 1 ਘੰਟਾ ਵੀ ਨਹੀਂ ਕੱਢਦਾ, ਨਿਤਨੇਮ ਕਰਨਾ। ਇਹ ਤਾਂ ਇੱਕ ਸਿਰਫ ਕਲਾਸਾਂ ਨੇ, ਜਿਹੜੇ ਸਮਾਗਮ ਨੇ, ਕਦੀ ਆ ਗਏ ਕਦੀ ਤੁਰ ਗਏ। ਇਹਦੇ ਵਿੱਚ ਵੀ ਅਸੀਂ ਆਪਣੇ ਘਰ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੀ ਜ਼ਿਆਦਾਤਰ ਗੁਰੂ ਸਾਹਿਬ ਤੋਂ ਆ ਕੇ ਮੰਗਦੇ ਆ। ਉਹ ਚੀਜ਼ਾਂ ਸੰਸਾਰ ਦੀਆਂ ਫਿਰ ਗੁਰੂ ਸਾਹਿਬ ਕੋਲੋਂ ਮੰਗੀਆਂ ਜਾਂਦੀਆਂ ਨੇ। ਨਾਮ ਦੀ ਦਾਤ, ਸਿੱਖੀ ਦੀ ਦਾਤ ਤੇ ਬਹੁਤ ਘੱਟ ਸਰੀਰ ਮੰਗਦੇ ਨੇ। ਤੇ ਫਿਰ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ, ਹੁਣ ਜੇ ਇੱਕੋ ਦਿਨ ਕਹੋ ਵੀ ਮੈਨੂੰ ਸਮਾਗਮ ਵਾਲੇ ਦਿਨ ਹੀ ਸਿੱਖੀ ਮਿਲ ਜਾਏ, ਕਿਸੇ ਬੰਦੇ ਨੂੰ ਇੱਕ ਹੁੰਦਾ ਘਿਓ ਖਾਣ ਦਾ ਤਰੀਕਾ, ਹੁਣ ਇੱਕ ਦਿਨ ਦੇ ਵਿੱਚ ਉਹਨੂੰ 10 ਕਿਲੋ ਖਵਾ ਦਿਓ ਤੇ ਨਾ ਤੇ ਉਹਨੇ ਪਚਣਾ ਹੈ ਤੇ ਸਗੋਂ ਬਿਮਾਰ ਵੀ ਕਰੇਗਾ। ਇੱਕੋ ਦਿਨ ਵਿੱਚ ਨਾਮ ਜਪ ਲਓ ਸਾਰਾ, ਵੀ ਗੁਰਪੁਰਬ ਵਾਲੇ ਦਿਨ ਹੀ ਜਾਂ ਸੰਗਰਾਂਦ ਵਾਲੇ ਦਿਨ ਹੀ, ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਜੇ ਉਹਨੂੰ ਥੋੜਾ ਥੋੜਾ ਕਰਕੇ ਰੋਜ਼ ਲਾਓਗੇ ਨਾ, ਚਮਚਾ ਚਮਚਾ ਕਰਕੇ, ਫਿਰ ਉਹ ਸਰੀਰ ਦੀ ਤਾਕਤ ਬਣੇਗਾ। ਨਿਤਨੇਮ ਦਾ ਮਤਲਬ ਕੀ ਹੈ? ਨਿਤਨੇਮ ਤੇ ਕਿੰਨੇ ਕੁ % ਸਿੱਖ ਕਰਦੇ ਹੋਣਗੇ? ਨਿਤਨੇਮ ਕਿਉਂ ਦਿੱਤਾ ਸੀ ਮਹਾਰਾਜ ਨੇ? ਕਿਉਂਕਿ ਉਹ ਹੌਲੀ ਹੌਲੀ ਛੋਟੀ ਛੋਟੀ ਖੁਰਾਕ ਹੈ ਤੇ ਉਹ ਸਰੀਰ ਦੇ ਅੰਦਰ ਟਿਕਦੀ ਜਾਂਦੀ ਹੈ। ਜਿਹੜੀ ਨਿਤਨੇਮ ਦੀ ਖੁਰਾਕ ਹੈ ਉਹ ਸੁਰਤੀ ਦੇ ਵਿੱਚ ਛੋਟੀ ਛੋਟੀ ਟਿਕਦੀ ਜਾਂਦੀ ਹੈ, ਔਰ ਸਰੀਰ ਉਹਨੂੰ ਝੱਲੀ ਜਾਂਦਾ, ਔਰ ਉਹਦੀ ਪਾਵਰ ਵੱਧਦੀ ਜਾਂਦੀ ਪ੍ਰਮਾਤਮਾ ਦੀ ਬਖਸ਼ਿਸ਼ ਨੂੰ ਅੰਦਰ ਆਪਣੇ ਰੱਖਣ ਵਾਸਤੇ। ਕਿਉਂਕਿ ਸਾਰਿਆਂ ਤੋਂ ਪਰਮਾਤਮਾ ਦੀ ਬਖਸ਼ਿਸ਼ ਨੂੰ ਅੰਦਰ ਟਿਕਾਇਆ ਵੀ ਨਹੀਂ ਜਾਂਦਾ। ਹੈ ਬੜਾ ਔਖਾ ਮਾਮਲਾ ਜਦੋਂ ਕਿਰਪਾ ਹੁੰਦੀ। ਆ ਤੁਸੀਂ ਸੁਣਿਆ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਦੋਂ ਦਿੱਲੀ ਦੇ ਵਿੱਚ ਸਨ, ਤੇ ਉੱਥੇ ਜਦੋਂ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਆਗਰੇ ਤੋਂ ਦਿੱਲੀ ਲਿਆਂਦਾ ਗਿਆ, ਤੇ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਦੀਵਾਨ ਸਨ ਭਾਈ ਮਤੀ ਦਾਸ ਜੀ। ਕੁਝ ਇਤਿਹਾਸਕਾਰਾਂ ਨੇ ਇਹ ਗੱਲ ਕਹੀ ਹੈ ਕਿ ਗੁਰੂ ਸਾਹਿਬ ਨੇ ਉੱਥੇ ਗੰਨੇ ਵੀ ਚੂਪੇ ਸਨ। ਮਹਾਰਾਜ ਦੀ ਮੌਜ ਹੈ। ਹੁਣ ਅੱਜ ਕੱਲ ਦੇ ਪ੍ਰਚਾਰਕਾਂ ਨੂੰ ਪੁੱਛਣਗੇ ਵੀ ਤੇ ਉਹ ਕਹਿਣਗੇ ਗੰਨੇ ਕਿੱਥੋਂ ਲਿਆਂਦੇ ਸਨ। ਫਿਰ ਜੇ ਕਹੋ ਵੀ ਉੱਥੋਂ ਲਿਆਂਦੇ ਸਨ, ਫਿਰ ਕਹਿੰਦੇ ਉਹ ਦੱਸੋ ਉਹਦਾ ਨਾਂ ਕੀ ਸੀ ਜਿਹਨੇ ਬੀਜੇ ਸਨ। ਫਿਰ ਨਾਂ ਲੱਭਣ ਜਾਓ, ਫਿਰ ਨਾਂ ਲੱਭ ਕੇ ਦਿਓ, ਫਿਰ ਕਹਿੰਦੇ ਉਮਰ ਕਿੰਨੀ ਕੁ ਸੀ ਉਹਦੀ। ਇਹ ਅੱਜ ਕੱਲ ਦੀ ਪੜ੍ਹਾਈ ਹੈ। ਫਿਰ ਕਹਿਣਗੇ ਰੰਗ ਕਿਵੇਂ ਸੀ ਉਹਦਾ। ਇੰਨੇ ਚਿਰ ਨੂੰ ਬੰਦਾ ਅੱਕ ਜਾਂਦਾ, ਫਿਰ ਕਹਿੰਦਾ ਹੁਣ ਜੁੱਤੀ ਤੇਰਾ ਇਲਾਜ ਹੈ, ਹੋਰ ਤੇ ਕੋਈ ਨਹੀਂ। ਗੁਰੂ ਸਾਹਿਬ ਨੇ ਗੰਨਾ ਚੁੱਪਿਆ ਤੇ ਭਾਈ ਮਤੀ ਦਾਸ ਨੇ ਪਿਆਰ ਦੇ ਨਾਲ ਸ਼ੀਤ ਪ੍ਰਸ਼ਾਦ ਵਜੋਂ ਜਿਹੜੀ ਛਿੱਲੜ ਸੀ ਮੂੰਹ ਵਿੱਚ ਪਾ ਲਈ। ਇਹਨੂੰ ਸ਼ੀਤ ਪ੍ਰਸਾਦ ਕਹਿੰਦੇ ਨੇ। ਇਹ ਕਿਸੇ ਕਿਸੇ ਨੂੰ ਗੁਰੂ ਦਿੰਦਾ। ਇੱਥੇ ਇਹ ਰਵਾਇਤ ਨਹੀਂ ਕਿ ਤੁਸੀਂ ਕਿਸੇ ਬੰਦੇ ਦਾ ਝੂਠਾ ਖਾਈ ਜਾਓ। ਪਿਆਰ ਦੀ ਘਟਨਾ ਹੈ, ਪਿਆਰ ਦੀ ਗੱਲ ਹੈ। ਜਦੋਂ ਆਪਾਂ ਕਹਿੰਦੇ ਇਹਨਾਂ ਦੀ ਰੋਟੀ ਸਾਂਝੀ ਹੈ, ਇੱਕ ਥਾਲੀ ਵਿੱਚ ਤੁਸੀਂ 2 ਮਿੱਤਰ ਰੋਟੀ ਖਾਂਦੇ ਵੇਖੋਗੇ, ਉਹਦੇ ਨਾਲ ਬੰਦਾ ਖਾ ਸਕਦਾ ਜਿਹਦੇ ਨਾਲ ਪਿਆਰ ਜ਼ਿਆਦਾ ਹੋਵੇ। ਦੂਜੇ ਤੋਂ ਤੇ ਬੰਦੇ ਨੂੰ ਝੂਠ ਆਉਂਦੀ, ਨਫ਼ਰਤ ਆਉਂਦੀ। ਤਾਂ ਗੁਰੂ ਸਾਹਿਬ ਨੇ ਇਹਦਾ ਜਦੋਂ ਛਿੱਲੜ ਪਾਈ ਨਾ ਥੋੜੀ ਜਿਹੀ ਮੂੰਹ ਵਿੱਚ ਭਾਈ ਮਤੀ ਦਾਸ ਦੇ, ਤੇ ਪਾਵਰ ਤੇ ਪਹਿਲਾਂ ਵੀ ਸਿੱਖੀ ਤੇ ਪਹਿਲਾਂ ਵੀ ਕਮਾਉਂਦੇ ਸੀ। ਅੰਦਰ ਸਾਧ ਸੰਗਤ ਜੀ ਸਾਰਾ ਸ਼ਕਤੀ ਨਾਲ ਭਰਿਆ ਗਿਆ। ਉਸੇ ਵੇਲੇ ਸਾਹਮਣੇ ਕੀ ਦਿਸਿਆ ਵੀ ਮੇਰੇ ਹੱਥਾਂ ਵਿੱਚ ਇੰਨੀ ਤਾਕਤ ਹੈ, ਜੇ ਮੈਂ ਚਾਹਾਂ ਤੇ ਧਰਤੀ ਨੂੰ ਇਸ ਤਰ੍ਹਾਂ ਫੜ ਕੇ ਇਕੱਠੀ ਕਰ ਦਿਆਂ, ਇੰਨੀ ਤਾਕਤ ਮਹਿਸੂਸ ਹੋਈ। ਉੱਠ ਕੇ ਖਲੋ ਗਿਆ। ਮਹਾਰਾਜ ਨੇ ਵੇਖ ਲਿਆ ਵੀ ਇਹਨੂੰ ਤਾਂ ਪ੍ਰਗਟ ਹੋ ਗਈ ਗੱਲ। ਮਹਾਰਾਜ ਕਹਿੰਦੇ ਮਤੀ ਦਾਸ ਜੀ ਕੀ ਗੱਲ ਬੈਠੋ। ਕਹਿੰਦੇ ਮਹਾਰਾਜ ਬਹਿਣ ਦੀ ਲੋੜ ਕੀ, ਐਵੇਂ ਤੁਸੀਂ ਤੇ ਤੁਹਾਡੇ ਕੋਲ ਇੰਨੀ ਤਾਕਤ ਹੈ, ਐਵੇਂ ਆ ਇਹਨਾਂ ਦੇ ਜੇਲ੍ਹ ਵਿੱਚ ਤੁਸੀਂ ਬੈਠੇ। ਹੁਣ ਨੂੰ ਤਾਂ ਅਨੰਦਪੁਰ ਸਾਹਿਬ ਵੀ ਪਹੁੰਚ ਜਾਣਾ ਸੀ ਇੱਕੋ ਪਲਾਂਘ ਵਿੱਚ। ਕਹਿੰਦੇ ਕੀ ਗੱਲ ਹੋਈ ਏ? ਕਹਿੰਦੇ ਬਸ ਜੇ ਕਹੋ ਤੇ ਦਿੱਲੀ ਤੇ ਲਾਹੌਰ ਨੂੰ ਫੜ ਕੇ ਆਕਾਸ਼ ਵਿੱਚ ਪੜਾ ਦਿਆਂ, ਦੋਵਾਂ ਨੂੰ ਖਤਮ ਕਰ ਦਿਆਂ। ਮਹਾਰਾਜ ਕਹਿੰਦੇ ਅੱਛਾ, ਬੜੀ ਸ਼ਕਤੀ ਆ ਗਈ ਇੱਕਦਮ। ਕਹਿੰਦੇ ਹਾਂ।
ਹੁਣੇ ਕਰ ਸਕਦਾ। ਕਹਿੰਦੇ ਜੇਲ੍ਹ ਵੀ ਤੋੜ ਦੇਗਾ। ਕਹਿੰਦੇ ਤੇ ਗੱਲ ਹੀ ਕੋਈ ਨਹੀਂ, ਤੇ ਕਾਗਜ਼ ਦੀ ਬਣੀ ਹੈ। ਇਹ ਤਾਕਤ ਹੈ ਗੁਰੂ ਦੀ, ਐਵੇਂ ਗੱਲਾਂ ਨਹੀਂ ਕੱਲੀਆਂ। ਕਦੀ ਕਦੀ ਗੁਰੂ ਵਿਖਾਉਂਦਾ ਵੀ ਹੈ, ਆ ਕਦੀ ਕਦੀ ਗੁਰੂ ਆਪਣਾ ਕਿਣਕਾ ਵਰਤਾਉਂਦਾ ਵੀ ਹੈ। ਤੁਸੀਂ ਵੇਖਿਆ ਹੋਣਾ ਜਦੋਂ ਮੋਰਚਾ ਲੱਗਿਆ ਕਿਵੇਂ ਬੈਰੀਅਰ ਤੋੜ ਕੇ ਗਏ ਨੇ। ਉਹ ਕੋਈ ਬੰਦੇ ਕਰ ਸਕਦੇ ਸੀ ਇਸ ਤਰ੍ਹਾਂ? ਮਨੁੱਖਾਂ ਦੇ ਵੱਸ ਦੀ ਗੱਲ ਨਹੀਂ ਬੈਰੀਅਰ ਤੋੜ ਕੇ ਅੱਗੇ ਜਾਣਾ। ਉਹ ਵਿੱਚ ਪਾਵਰ ਵਰਤਦੀ ਏ, ਸ਼ਕਤੀ ਵਰਤਦੀ ਗੁਰੂ ਦੀ। ਮਹਾਰਾਜ ਕਹਿੰਦੇ ਅੱਛਾ ਭਾਈ ਮਤੀ ਦਾਸ ਜੀ ਬੜਾ ਕੋਈ ਕਰ ਲੈਂਦੇ ਤੁਸੀਂ, ਤੇ ਕਹਿੰਦੇ ਮਹਾਰਾਜ ਕੋਈ ਬਸ ਹੁਣ ਤੇ ਪਰਵਾਹ ਹੀ ਨਹੀਂ, ਬਸ 2-4 ਮਿੰਟਾਂ ਵਿੱਚ ਅਸੀਂ ਹੁਣੇ ਅਨੰਦਪੁਰ ਸਾਹਿਬ ਪਹੁੰਚ ਜਾਣਾ। ਤਾਕਤ ਦੀ ਗੱਲ ਹੈ। ਮਹਾਰਾਜ ਕਹਿੰਦੇ ਅੱਛਾ, ਕਹਿੰਦੇ ਉਰਾ ਇੱਧਰ ਨੇੜੇ ਆ। ਨੇੜੇ ਆਏ ਤੇ ਬਾਂਹ ਫੜੀ, ਬਾਂਹ ਫੜ ਕੇ ਉਹ ਤਾਕਤ ਵਾਪਸ ਖਿੱਚ ਲਈ ਗੁਰੂ ਨੇ। ਕਹਿੰਦੇ ਹੁਣ ਦੱਸੋ? ਕਹਿੰਦੇ ਹੁਣ ਤੇ ਉਹ ਪਹਿਲਾਂ ਵਾਲਾ ਹਾਲ ਹੀ ਹੈ, ਫਿਰ ਹੁਣ ਤੇ ਪਲਾਂਘ ਪੁੱਟਣੀ ਵੀ ਔਖੀ ਹੋਈ ਹੈ, ਥੱਕੇ ਪਏ ਆ। ਮਹਾਰਾਜ ਕਹਿੰਦੇ ਵੀ ਛੋਟੀ ਜੀ ਬੂੰਦ ਤੈਨੂੰ ਮਿਲੀ ਹੈ ਤੇ ਤੂੰ ਸਾਰੀ ਦੁਨੀਆ ਨੂੰ ਮਾਰਨ ਲੱਗਾ ਸੈਂ, ਤੇ ਸਾਡੇ ਤੇ ਇੱਧਰ ਸਾਰਾ ਸਮੁੰਦਰ ਖੜਾ ਹੋਇਆ ਹੈ। ਨਹੀਂ, ਪਰਮੇਸ਼ਰ ਦੇ ਹੁਕਮ ਦੇ ਵਿੱਚ ਦਖਲ ਨਹੀਂ ਦੇਣਾ। ਜਿਵੇਂ ਉਹ ਸ੍ਰਿਸ਼ਟੀ ਨੂੰ ਚਲਾ ਰਿਹਾ ਉਹਨੂੰ ਚੱਲਣ ਦਿਓ। ਹਾਂ, ਸਿਮਰਨ ਕਰਕੇ ਤਾਕਤ ਜ਼ਰੂਰ ਆਉਂਦੀ ਹੈ, ਬੰਦਗੀ ਕਰਕੇ ਤਾਕਤ ਜ਼ਰੂਰ ਆਉਂਦੀ ਹੈ। ਪਰ ਸਿੱਖ ਨੇ ਸਾਦਗੀ ਦੇ ਵਿੱਚ, ਸਾਧ ਨਾਮ ਦਾ ਸ਼ਬਦ ਦਾ ਅਰਥ ਹੀ ਸਾਦਗੀ ਹੈ। ਬਾਹਰੋਂ ਕੱਲੀ ਗੱਲ ਨਹੀਂ, ਮਤਲਬ ਅੰਦਰ ਆਮ ਮਨੁੱਖ ਵਾਂਗੂ ਰਹਿਣਾ। ਕਿਉਂਕਿ ਪਾਵਰ ਹੈ, ਤਾਕਤ ਹੈ। ਤੁਸੀਂ ਕਹੋਗੇ ਵੀ ਇਹ ਆਪਣੇ ਕੋਲੋਂ ਸੁਣਾ ਰਹੇ, ਬਾਣੀ ਪੜ੍ਹ ਕੇ ਦੇਖ ਲਓ। ਬਾਣੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 2 ਦੋਹਰੇ ਪੜ੍ਹ ਕੇ ਵੇਖੋ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਵੈਸੇ ਇੱਕ ਸਰੂਪ ਦੇ ਮੈਂ ਦਰਸ਼ਨ ਕੀਤੇ ਨੇ, ਉਹਦੇ ਉੱਤੇ ਜਿਹੜੇ 2 ਦੋਹਰੇ ਨੇ ਸ਼ਲੋਕਾਂ ਦੇ ਵਿੱਚ, ਜਿਹੜਾ ਇਹਦੇ ਤੋਂ ਅਗਲਾ ਦੋਹਰਾ ਜਵਾਬ ਵਿੱਚ ਉਚਾਰਿਆ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਹਦੇ ਅੱਗੇ ਮਹੱਲਾ 10ਵਾਂ ਲਿਖਿਆ ਹੋਇਆ ਹੈ, ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਹੈ। ਕੁਝ ਮੰਨਦੇ ਨੇ ਇਸ ਤਰ੍ਹਾਂ, ਪਰ ਕੌਮ ਦੇ ਵਿੱਚ ਵਿਵਾਦ ਖੜਾ ਨਾ ਹੋਵੇ ਇਸ ਗੱਲ ਤੋਂ। ਫਿਰ ਮਤਲਬ ਜਿਹੜੀ ਚੀਜ਼ ਚੱਲ ਰਹੀ ਵੀ ਬਾਣੀ ਤੇ ਜੋਤ ਤਾਂ ਇੱਕੋ ਹੀ ਹੈ, ਭਾਵੇਂ 9ਵੇਂ ਨੇ ਉਚਾਰੀ ਹੈ ਤੇ ਭਾਵੇਂ 10ਵੇਂ ਨੇ ਤੇ ਭਾਵੇਂ ਪਹਿਲੇ ਨੇ। ਇਸ ਕਰਕੇ ਇਸ ਗੱਲ ਵਿੱਚ ਪੈਣਾ ਨਹੀਂ। ਕਹਿੰਦੇ ਕਿਸੇ ਦਾ ਬਲ ਟੁੱਟ ਜਾਏ, ਬਲ ਛੁੱਟ ਕੇ ਉਹ ਤਾਕਤ ਨਾ ਰਵੇ, ਬੰਧਨ ਪਰੇ, ਉਹਨੂੰ ਬੰਧਨ ਪੈ ਜਾਣ। ਕਛੂ ਨਾ ਹੋਤ ਉਪਾਏ, ਉਪਾਅ ਵੀ ਬੜੇ ਕਰ ਲਵੇ, ਪਾਠ ਵੀ ਕਰੇ ਕਰਾਏ, ਹੋਰ ਵੀ ਕਈ ਕੁਝ ਕਰੇ, ਪਰ ਲੱਗਣ ਨਾ। ਕਛੂ ਨਾ ਹੋਤ ਉਪਾਏ, ਕਹੋ ਨਾਨਕ ਜਿਉ ਅਰਦਾਸ ਕਰੇ, ਅਬ ਓਟ ਹਰ। ਇਹ ਵਾਹਿਗੁਰੂ ਹੁਣ ਤੇਰਾ ਹੀ ਆਸਰਾ ਹੈ। ਗੱਜ ਜਿਉ ਹੋ ਸਹਾਏ, ਇਹ ਲੰਬੀ ਪੁਰਾਣਕ ਸਾਖੀ ਹੈ। ਗੱਜ ਇੱਕ ਹਾਥੀ ਦਾ ਨਾਂ ਸੀ, ਜਿਹੜਾ ਸਵਰਗ ਤੋਂ ਸਿੱਟਿਆ ਗਿਆ। ਪੁਰਾਣਾ ਨੇ ਲਿਖਿਆ ਹੋਇਆ ਹੈ, ਪੁਰਾਣਾ ਦੀਆਂ ਕਹਾਣੀਆਂ ਸਾਖੀਆਂ ਨੇ ਜਿਹੜੀਆਂ, ਉੱਥੋਂ ਵਗਾਇਆ ਸੀ ਥੱਲੇ ਕਿਸੇ ਗਲਤੀ ਕਰਕੇ, ਤੇ ਧਰਤੀ ਤੇ ਆ ਗਿਆ ਸੀ। ਤੇ ਉਹਨੂੰ ਪਕੜ ਲਿਆ ਸੀ ਤੇਂਦੂਏ ਨੇ, ਪਾਣੀ ਪੀਣ ਗਿਆ ਸੀ। ਤੇ ਹੈ ਤੇ ਉਹ ਦੇਵਤਿਆਂ ਦਾ ਰਾਗੀ ਸੀ, ਤੇ ਉਹਨੇ ਫਿਰ ਉਸਤਤ ਕੀਤੀ ਆਪਣੀ ਭਾਸ਼ਾ ਵਿੱਚ ਪ੍ਰਮਾਤਮਾ ਦੀ, ਤੇ ਪ੍ਰਮਾਤਮਾ ਨੇ ਉਹਨੂੰ ਛਡਾਇਆ। ਤਾਂ ਵਾਰ-ਵਾਰ ਗੱਜ ਸ਼ਬਦ ਦਾ ਉਪਯੋਗ ਕੀਤਾ ਬਾਣੀ ਦੇ ਵਿੱਚ। ਇਹ ਚੀਜ਼ਾਂ ਨਾਲ ਪੜ੍ਹਨੀਆਂ ਪੈਂਦੀਆਂ ਨੇ। ਕੁਝ ਗ੍ਰੰਥ ਐਸੇ ਨੇ ਜਿਹੜੇ, ਇਸ ਲਈ 10ਵੇਂ ਪਾਤਸ਼ਾਹ ਨੇ ਜਿਹੜਾ ਗ੍ਰੰਥ ਉਚਾਰਿਆ ਸੀ, ਉਹ ਤਾਂ 10ਵੇਂ ਪਾਤਸ਼ਾਹ ਦਾ ਗ੍ਰੰਥ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਕਲੀਅਰ ਕਰਦਾ ਸੀ ਵੀ ਮੇਰੇ ਸਿੱਖ ਨੂੰ ਹੋਰ ਕਿਸੇ ਦੇ ਗ੍ਰੰਥ ਨਾ ਪੜ੍ਹਨੇ ਪੈਣ, ਆਪਣੇ ਕੋਲੋਂ ਹੀ ਇਹ ਚੀਜ਼ਾਂ ਜਿਹੜੀਆਂ ਆਪਣੇ ਧਰਮ ਦੀਆਂ ਹੀ ਬਣ ਜਾਣ। ਤਾਂ ਉਹਦੀ ਉਦਾਹਰਨ ਦਿੰਦੇ ਨੇ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋਤ ਸਹਾਏ। ਇਹ ਜਵਾਬ ਦੇ ਵਿੱਚ ਇਹ ਸਹਾਇਤਾ ਕਰਦਾ। ਫਿਰ ਬਲ ਹੋਵਾ, ਬਲ ਆਉਂਦਾ ਹੈ। ਗਾਵੇ ਕੋ ਤਾਣ ਹੋਵੇ ਕਿਸੈ,
ਤਾਣ, ਤਾਣ ਮੈਨੇ ਸ਼ਕਤੀ। ਕੋਈ ਉਹਨੂੰ ਸ਼ਕਤੀ ਨਾਲ ਗਾਏ, ਇਕਾਗਰ ਹੋ ਕੇ ਗਾਏ ਤੇ ਉਹਦੇ ਅੰਦਰ ਫਿਰ ਤਾਣ ਪੈਦਾ ਹੁੰਦਾ, ਸ਼ਕਤੀ ਪੈਦਾ ਹੁੰਦੀ ਹੈ। ਹਾਂ, ਸ਼ਕਤੀ ਵਾਸਤੇ ਗਾਉਣਾ ਇਹ ਗੁਰਮਤ ਨਹੀਂ ਹੈ। ਆਪਾਂ ਗਾਉਂਦੇ ਸ਼ਕਤੀ ਵਾਸਤੇ ਆ ਬਈ ਕੋਈ ਇਸ ਤਰ੍ਹਾਂ ਕਰੋ ਤੁਸੀਂ ਜਿੰਨਾ ਜਪ ਤਪ ਹੋ ਸਕਦਾ, ਤਾਕਤ ਤੇ ਆਪੇ ਆ ਜਾਣੀ ਹੈ। ਪਰ ਕਹਿੰਦੇ ਮੈਂ 40 ਦਿਨ ਪਾਠ ਕੀਤਾ, 40 ਦਿਨ ਨੰਗੇ ਪੈਰ ਗੁਰਦੁਆਰੇ ਗਿਆ, ਕਾਹਦੇ ਵਾਸਤੇ? ਮੰਗਿਆ ਕੀ ਖੀਰ ਨੂੰ? ਕਹਿੰਦੇ ਗੁਆਂਢੀ ਦੀ ਦੁਕਾਨ ਚੱਲਦੀ, ਉਹਦੇ ਵਾਲੇ ਗਾਹਕ ਮੇਰੇ ਕੋਲ ਆ ਜਾਣ ਕਰਨ। ਇਹ ਤਾਂ ਫਿਰ ਗਲਤ ਗੱਲ ਹੋ ਗਈ ਨਾ। ਅਸੀਂ ਇਸ ਤਰ੍ਹਾਂ ਦਾ ਧਰਮ ਕਮਾਉਂਦੇ ਆ। ਤੇ ਜੇ ਮਹਾਰਾਜ ਨੂੰ ਇਹ ਕਵੇ ਵੀ ਉਹਦੇ ਜਿਹੜੇ ਆਉਂਦੇ ਆਈ ਜਾਣ, ਮੇਰਾ ਵੀ ਕੰਮ ਚਲਾ ਦਿਓ ਮਹਾਰਾਜ, ਮੇਰੀ ਜੇਬ ਢਿੱਲੀ ਰਹਿੰਦੀ, ਫਿਰ ਗੁਰਮਤ ਹੈ, ਫਿਰ ਕਰ ਸਕਦੇ ਹੋ ਤੁਸੀਂ, ਅਰਦਾਸ ਕਰ ਸਕਦੇ ਹੋ। ਸੋ ਇਹ ਚੀਜ਼ਾਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਕਿਹਾ, ਮਨ ਦੀਆਂ ਮਾਨਤਾਵਾਂ ਨੂੰ ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਣੀ। ਇਹ ਬੜੀ ਕਠਿਨ ਗੱਲ ਹੈ, ਬੜੀ ਔਖੀ ਗੱਲ ਹੈ। ਮਨ ਦੀਆਂ ਬਣਾਈਆਂ ਹੋਈਆਂ ਮੱਤਾਂ, ਜਿਹੜੋ ਮਨ ਮੱਤਾ ਦਿੰਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਇੱਥੋਂ ਤੱਕ ਕਹਿੰਦੇ, ਸਵਾਨ ਪੂੰਛ ਜਿਉ ਭਇਓ ਨਾ ਸੂਧੋ, ਬਹੁਤ ਜਤਨ ਮੈਂ ਕੀਨੋ। ਕਹਿੰਦੇ ਇਹ ਵਾਹਿਗੁਰੂ ਹੈ ਜਿਹੜਾ ਮੇਰਾ ਮਨ ਹੈ ਨਾ, ਇਹ ਸਵਾਨ ਮੈਨੇ ਕੁੱਤਾ, ਕੁੱਤੇ ਦੀ ਪੂੰਛ ਕਹਿੰਦੇ ਨੇ 12 ਸਾਲ ਕਿਸੇ ਨੇ ਬਾਂਸਲੀ ਵਿੱਚ ਪਾ ਦਿੱਤੀ ਸੀ, ਯਾਨੀ ਕਿ ਇੱਕ ਪੈਪ ਦੇ ਵਿੱਚ ਪਾ ਦਿੱਤੀ, ਕਹਿ ਲੋ ਅੱਜ ਦੀ ਭਾਸ਼ਾ ਵਿੱਚ। ਜਾਂ ਆਪਣੇ ਜੱਟ ਬੂਟ ਜਿਹੜੇ ਸਿੰਘ ਜ਼ਿਮੀਂਦਾਰ ਨੇ, ਉਹ ਕਹਿੰਦੇ ਰੂੜੀ ਵਿੱਚ ਦੱਬੀ ਹੋਈ ਸੀ। ਆਪਣੇ ਬੋਲੀ ਇਹ ਚੱਲਦੀ ਵੀ ਸਿੱਧੀ ਕਰਕੇ ਉਹ ਕੁੱਤੇ ਦੀ ਪੂੰਛ ਨੂੰ ਵਲ ਜੇ ਪਏ ਹੁੰਦੇ ਨਾ, ਸਿੱਧੀ ਕਰਕੇ ਦੱਬੀ, 12 ਸਾਲ ਦੱਬੀ ਰਹੀ ਤੇ 12 ਸਾਲ ਬਾਅਦ ਕੱਢੀ ਤੇ ਫਿਰ ਵਲ ਫਿਰ ਉਸ ਤਰ੍ਹਾਂ ਪੈ ਗਏ। ਕਹਿੰਦੇ ਮਨ ਇਸ ਤਰ੍ਹਾਂ ਦਾ ਹੈ, ਇਹ ਜਿੰਨਾ ਚਿਰ ਕਿਤੇ ਥੋੜਾ ਚਿਰ ਭਾਵੇਂ ਇਹਨੂੰ 12 ਸਾਲ ਤੱਕ ਵੀ ਅਭਿਆਸ ਕਰੋ ਤੇ ਫਿਰ ਵੀ ਇਹਦਾ ਭਰੋਸਾ ਨਾ ਕਰੋ। ਮਨ ਇਸ ਤਰ੍ਹਾਂ ਦੀ ਚੀਜ਼ ਹੈ, ਇਹਨੂੰ ਫਿਰ ਵਲ ਪੈ ਜਾਂਦੇ ਜਿੰਨਾ ਚਿਰ ਇਹਦੇ ਸਾਧ ਸੰਗਤ ਜੀ। ਤਾਂ ਹੀ ਤੇ ਕਹਿੰਦੇ ਨੇ ਇਹਨੂੰ ਤੋੜਨਾ, ਮਨ ਦੀ ਮਾਨਤਾ ਨੂੰ ਤੋੜਨਾ। ਤਾਂ ਮੈਂ ਵਿਸ਼ਾ ਲਿਆ ਸੀ, ਕੀਰਤਨ ਸੁਣਦਿਆਂ ਕਈ ਵਾਰੀ ਗੁਰੂ ਕੇ ਦਰਬਾਰ ਦੇ ਵਿੱਚ ਨਵੇਂ ਅਰਥ ਫੁੱਟ ਆਉਂਦੇ ਨੇ। ਇੱਥੇ ਬੈਠੀਆਂ ਮੈਨੂੰ ਵਿਚਾਰ ਆਇਆ, ਮੈਂ ਕਿਹਾ ਮਾਨ ਦੇ ਅਰਥ ਕੀ ਹੋ ਸਕਦੇ ਨੇ? ਮਾਨ ਦੇ ਅਰਥ ਹੰਕਾਰ ਤੇ ਹੈ ਨਹੀਂ ਨੇ। ਮਾਨ ਦੇ ਅਰਥ ਨੇ ਮਾਨਯਤਾ, ਹਿੰਦੀ ਦਾ ਸ਼ਬਦ ਹੈ। ਮਨ ਦੀ ਮਾਨਯਤਾ, ਮਨ ਦਾ ਮਿਥਿਆ ਗਿਆਨ, ਜੋ ਅਸੀਂ ਸਮਾਜ ਤੋਂ ਖਿੱਚਿਆ, ਮਾਂ-ਬਾਪ ਤੋਂ ਖਿੱਚਿਆ। ਅਸੀਂ ਸ਼ੁਰੂ ਤੋਂ ਝੂਠ ਹੀ ਪਰੋਸਿਆ ਬੱਚਿਆਂ ਨੂੰ, ਉਹ ਝੂਠ ਹੀ ਉਹਨਾਂ ਵਿੱਚ ਜੜ ਬਣ ਕੇ, ਬੀਜ ਬਣ ਕੇ ਡਿੱਗ ਪੈਂਦਾ। ਫਿਰ ਅਸੀਂ ਸਾਰੀ ਉਮਰ ਝੂਠ ਬੋਲਨੇ ਆ, ਫਿਰ ਕਹਿੰਦੇ ਆ ਧਰਮ ਨਹੀਂ। ਫਿਰ ਹੌਲੀ ਹੌਲੀ ਧਰਮ ਸਥਾਨ ਵੀ ਸਿਰਫ ਪੂਜਾ ਦਾ ਸਥਾਨ ਹੀ ਹੋ ਜਾਂਦੇ ਨੇ। ਆਪਾਂ ਨੱਕ ਹੀ ਰਗੜਨੇ ਆ ਕੱਲਾ, ਤੇ ਜਦੋਂ ਗੁਰੂ ਕਵੇ ਗੱਲ ਮੰਨਣੀ, ਉਹ ਕਹਿੰਦੇ ਹੋਰ ਸਿੱਖ ਬਥੇਰੇ ਨੇ ਮਹਾਰਾਜ, ਉਹਨਾਂ ਨੂੰ ਮਨਾ ਲਓ, ਮੱਥਾ ਮੈਂ ਟੇਕ ਦੇਣਾ, ਗੱਲ ਉਹ ਮੰਨਣਗੇ। ਇਹ ਤਾਂ ਮੰਨਣ ਨਾਲ ਗੱਲ ਬਣਨੀ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਉਹ ਬੁੱਧ ਪੈਦਾ ਹੁੰਦੀ ਹੈ, ਗੁਰੂ ਵਾਲੀ ਬੁੱਧ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਉਹਨਾਂ ਦਾ ਜਿਹੜਾ ਸੁਭਾਅ ਲਿਖਿਆ, ਉਹ ਤਿਆਗ ਵਿਰਾਗ ਵਾਲਾ, ਬੰਦਗੀ ਵਾਲਾ ਸੀ, ਸਿਮਰਨ ਵਾਲਾ ਸੀ, ਇਕਾਂਤ ਵਾਲਾ ਸੀ, ਆਨੰਦ ਦੇ ਵਿੱਚ ਰਹਿਣਾ, ਟਿਕਾ ਦੇ ਵਿੱਚ ਰਹਿਣਾ। ਕਿਉਂਕਿ ਰੱਬ ਦੀ ਜਿਹੜੀ ਬੰਦਗੀ ਹੈ, ਉਹ ਜਿੱਥੇ ਸੰਗਤ ਵਿੱਚ ਕਰਨ ਦੀ ਗੱਲ ਕੀਤੀ ਗਈ ਹੈ, ਉੱਥੇ ਇਕਾਂਤ ਵਿੱਚ ਕਰਨ ਦੀ ਵੀ ਗੱਲ ਕੀਤੀ। ਕਿਉਂਕਿ ਇਕਾਂਤ ਦੇ ਵਿੱਚ ਸਾਨੂੰ ਆਪਣੇ ਆਪ ਦਾ ਪਤਾ ਹੁੰਦਾ ਵੀ ਆਪਾਂ ਕੌਣ, ਸੱਚ ਜਾਣੋ। ਅਸੀਂ ਜਦੋਂ ਇਕੱਲੇ ਬੈਠੇ ਆ, ਉਦੋਂ ਸਾਡੇ ਮਨ ਦੀ ਤਸਵੀਰ ਉੱਭਰ ਕੇ ਸਾਡੇ ਸਾਹਮਣੇ ਆਉਂਦੀ ਵੀ ਮੈਂ ਕਿਵੇਂ ਦਾ। ਤੇ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਨਾ ਚੀਨਿਆ, ਭਾਵੇਂ ਕੋਈ ਕਰਮ ਕਰ ਲਓ, ਆਪਣੇ ਆਪੇ ਵਿੱਚ ਨਾ ਗਏ, ਆਪਣੇ ਆਪ ਨੂੰ ਨਾ ਵੇਖਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕੋਈ ਵੀ ਬੰਦਗੀ ਤੇਰੇ ਕੰਮ ਨਹੀਂ ਆ ਸਕਦੀ। ਉਹਨਾਂ ਦਾ ਇੱਕ ਸ਼ਬਦ ਹੈ ਨਾ, ਗੁਰਦੁਆਰਾ ਸਾਹਿਬ ਵੀ ਇੱਕ ਸੰਨਿਆਸੀ ਮਿਲਿਆ ਸੀ ਮਹਾਰਾਜ ਨੂੰ, ਤੇ ਉਹਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਵੀ ਮਹਾਰਾਜ ਮੇਰਾ ਮਨ ਨਹੀਂ ਟਿਕਦਾ, ਮੈਂ ਬੜੇ ਸਾਲਾਂ ਤੋਂ ਸੰਨਿਆਸੀ ਬਣਿਆ, ਮੈਂ ਬਹੁਤ ਕੀਤਾ ਯੋਗ ਆਦਿਕ, ਬਹੁਤ ਕੁਝ ਕੀਤਾ, ਮੇਰੇ ਤੇ ਕਿਰਪਾ ਕਰੋ। ਕਿਉਂਕਿ ਸ਼ਕਤੀ ਆਉਣੀ ਹੋਰ ਗੱਲ ਹੈ, ਠੰਡ ਪੈਣੀ ਹੋਰ ਗੱਲ ਹੈ। ਮਨ, ਇਹ ਦੋ ਚੀਜ਼ਾਂ ਨੇ। ਮਨ ਦਾ ਠਰ ਜਾਣਾ, ਮਨ ਦਾ ਰਸ ਵਿੱਚ ਆ ਜਾਣਾ, ਆਨੰਦ ਵਿੱਚ ਆ ਜਾਣਾ ਹੋਰ ਚੀਜ਼ ਹੈ, ਪਰ ਸ਼ਕਤੀ ਆ ਜਾਣੀ, ਕਿਸੇ ਨੂੰ ਕੋਈ ਗੱਲ ਕਹਿਣੀ, ਸ਼ਰਾਪ ਦੇ ਦੇਣਾ, ਇਹ ਹੋਰ ਚੀਜ਼ ਹੈ। ਤੇ ਜੋਗੀਆਂ ਦੇ ਕੋਲ ਵੀ ਐਸੀ
ਤਾਂ ਮਹਾਰਾਜ ਨੇ ਉਹਦੇ ਜਵਾਬ ਦੇ ਵਿੱਚ ਸ਼ਬਦ ਉਚਾਰਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੈ। ਮਹਾਰਾਜ ਕਹਿੰਦੇ ਕੀ ਕਰਦਾ ਹੁੰਨਾ? ਕਹਿੰਦੇ ਮਹਾਰਾਜ ਮੈਨੂੰ ਕਈ ਸਾਲ ਹੋ ਗਏ, ਮੈਂ ਜੰਗਲ ਵਿੱਚ ਰਹਿਣਾ, ਉੱਥੇ ਝੋਪੜੀ ਪਾਈ ਹੋਈ ਹੈ, ਜੰਗਲ ਵਿੱਚ ਰਹਿ ਕੇ ਕਿਸੇ ਨੂੰ ਨਹੀਂ ਮਿਲਦਾ, ਮੈਂ ਇਕੱਲਾ ਰਹਿਣਾ। ਮਹਾਰਾਜ ਜਵਾਬ ਦੇ ਵਿੱਚ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਕਾਹੇ ਰੇ ਬਨ ਖੋਜਨ ਜਾਈ। ਰੱਬ ਨੂੰ ਕਿੱਥੋਂ ਲੱਭਦਾ ਫਿਰਨਾ ਤੂੰ? ਜਿੱਥੇ ਹੈ ਉੱਥੋਂ ਹੀ ਮਿਲੇਗਾ ਨਾ। ਪਰਮਾਤਮਾ ਜਿੱਥੇ ਹੈ ਉਹਦੀ ਉੱਥੋਂ ਖੋਜ ਕਰ। ਕਹਿੰਦੇ ਮਹਾਰਾਜ ਮੈਂ ਤੇ ਝੋਪੜੀ ਪਾ ਕੇ ਇਕੱਲਾ ਰਹਿਣਾ ਤੇ ਮਾਇਆ ਤੋਂ ਦੂਰ ਰਹਿਣਾ। ਕਹਿੰਦੇ ਦੂਰ ਕਹਿੰਦੇ ਕੀ ਰਹਿਣਾ ਤੂੰ? ਕਹਿੰਦੇ ਉੱਥੇ ਕੋਈ ਵੀ ਨਹੀਂ। ਕਹਿੰਦੇ ਨਹੀਂ, ਆ ਜਿਹੜਾ ਤੇਰਾ ਸਰੀਰ ਬਣਿਆ ਨਾ 5 ਤੱਤਾਂ ਦਾ, ਸਭ ਤੋਂ ਵੱਡੀ ਮਾਇਆ ਸਰੀਰ ਹੀ ਹੈ। ਇਹ ਨਾਲ ਲੈ ਕੇ ਜਾਣਾ ਨਾ ਜਦੋਂ ਜੰਗਲ ਵਿੱਚ ਜਾਣਾ। ਕਹਿੰਦੇ ਹਾਂ, ਸਭ ਤੋਂ ਵੱਡੀ ਮਾਇਆ ਸਰੀਰ ਹੈ। ਤੇ ਉਹ ਮਹਾਰਾਜ ਉਹ ਕਹਿੰਦਾ ਮਹਾਰਾਜ ਸਰੀਰ ਤੇ ਮਾਸ ਦਾ ਬਣਿਆ, ਇਹ ਕਿਹੜੇ ਪੈਸੇ ਰੁਪਈਏ ਨੋਟ ਨੇ? ਕਹਿੰਦੇ ਮੈਨੂੰ ਇਹ ਦੱਸ ਵੀ ਸਰੀਰ ਦੇ ਵਿੱਚੋਂ ਹੀ ਕਾਮ ਪੈਦਾ ਹੁੰਦਾ ਨਾ? ਕਹਿੰਦੇ ਹਾਂ। ਕਹਿੰਦੇ ਫਿਰ ਹੋਰ ਕਿਹੜੀ ਮਾਇਆ ਹੈ? ਕਾਮ ਦੀ ਮਾਇਆ ਹੈ। ਸਾਰੀ ਮਾਇਆ ਸਰੀਰ ਦੀ ਹੈ। ਤੇ ਸਰੀਰ ਭਾਵੇਂ ਤੂੰ ਪਰਬਤ ਤੇ ਬਹਿ ਜਾ, ਤੇ ਭਾਵੇਂ ਤੂੰ ਆਸ਼ਰਮ ਵਿੱਚ ਤੁਰ ਜਾ, ਤੇ ਭਾਵੇਂ ਡੇਰੇ ਵਿੱਚ ਤੁਰ ਜਾ, ਤੇ ਭਾਵੇਂ ਕਿਸੇ ਤੀਰਥ ਤੇ ਤੁਰ ਜਾ, ਜਿੰਨਾ ਚਿਰ ਸਰੀਰ ਨਾਲ ਹੈ ਤੇ ਸਰੀਰ ਸੂਤ ਨਹੀਂ ਹੁੰਦਾ, ਉਹਨਾਂ ਚਿਰ ਮਾਇਆ ਦਾ ਪ੍ਰਭਾਵ ਤੇਰੇ ਉੱਤੇ ਰਹੇਗਾ। ਹਾਂ, ਕਿਸੇ ਲਾਭ ਵਾਸਤੇ ਕੋਈ ਗੁਰੂ ਕਾ ਸਿੱਖ ਜੇ ਕਿਸੇ ਇਕਾਂਤ ਵਿੱਚ ਬਹਿੰਦਾ ਤੇ ਉਹਦਾ ਵਿਰੋਧ ਨਹੀਂ। ਕੋਈ ਜਪ ਤਪ ਕਰਨਾ, ਮੈਂ ਪਹਿਲਾਂ ਗੱਲ ਕਰ ਚੁੱਕਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਵੀ ਰੰਗ ਭਰਿਆ ਵੀ ਜੇ ਇਕਾਂਤ ਵਿੱਚ ਰਹਿ ਕੇ ਬੰਦਗੀ ਕਰਨੀ ਹੈ ਤੇ 27 ਸਾਲ ਲਾ ਕੇ ਵਿਖਾਏ ਨੇ, ਪਰ ਕਰਨੀ ਹੋਵੇ ਬੰਦਗੀ, ਜ਼ਿੰਦਗੀ ਪਾਸ ਨਾ ਕਰਨੀ ਹੋਵੇ, ਐਵੇਂ ਟਾਈਮ ਪਾਸ ਨਾ ਕਰਨਾ ਹੋਵੇ। ਉਹ ਇਕਾਂਤ ਨੂੰ ਉਹਨੂੰ ਕਹਿੰਦੇ ਵੀ ਫਿਰ ਜਵਾਬ ਦਿੱਤਾ, ਕਹਿੰਦੇ ਉੱਥੇ ਕਿਉਂ ਜਾਣਾ? ਰੱਬ ਤੇ ਤੇਰੇ ਵਿੱਚ ਹੈ, ਉਹ ਅੰਦਰ ਜਾ, ਤੂੰ ਆਪਣੇ ਵੇਖ ਉਹਨੂੰ ਵਿੱਚੋਂ। ਕਾਹੇ ਰੇ ਬਨ ਖੋਜਨ ਜਾਈ। ਉਹ ਪੁੱਛਦਾ ਕਿੱਥੇ ਰਹਿੰਦਾ? ਕਹਿੰਦੇ ਸਰਬ ਨਿਵਾਸੀ, ਸਰਬ ਮੈਨੇ ਸਾਰੇ ਥਾਵਾਂ ਤੇ ਹੈ ਸਾਰੇ ਥਾਵਾਂ ਤੇ, ਪਰ ਦਿਸਣਾ ਉਦੋਂ ਹੈ ਜਦੋਂ ਤੂੰ ਆਪਣੇ ਅੰਦਰੋਂ ਦੀ ਜਾ ਕੇ ਵੇਖੇਗਾ। ਹੈ ਸਾਰੇ ਥਾਵਾਂ ਤੇ। ਹੁਣ ਵੇਖੋ ਸਰੀਰ ਸਾਰਾ ਹੈ, ਪੈਰ ਤੋਂ ਲੈ ਕੇ ਸਿਰ ਤੱਕ, ਕੰਨ ਵੀ ਨੇ, ਮੂੰਹ ਵੀ ਨੇ, ਨਾਸਕਾ ਵੀ ਹੈ। ਪਰ ਜੇ ਤੁਸੀਂ ਵੇਖਣਾ ਹੈ ਤੇ ਕੰਨਾਂ ਦੇ ਰਾਹੀਂ ਨਹੀਂ ਵੇਖ ਸਕਦੇ, ਨੱਕ ਦੇ ਰਾਹੀਂ ਨਹੀਂ ਵੇਖ ਸਕਦੇ। ਜਦੋਂ ਵੇਖਣਾ ਤੁਹਾਨੂੰ ਅੱਖਾਂ ਦੇ ਵਿੱਚੋਂ ਦੀ ਆਉਣਾ ਪਏਗਾ, ਫਿਰ ਬਾਹਰ ਦਿਸੇਗਾ ਸਾਰਾ। ਤੁਸੀਂ ਕਿਸੇ ਮਕਾਨ ਵਿੱਚੋਂ, ਕਮਰੇ ਵਿੱਚੋਂ ਜੇ ਬਾਹਰ ਨਿਕਲਣਾ ਤੇ ਤੁਹਾਨੂੰ ਦਰਵਾਜ਼ਾ ਲੱਭਣਾ ਪਏਗਾ। ਪਰਮਾਤਮਾ ਤੱਕ ਜਾਣਾ ਤੇ ਤੁਹਾਨੂੰ ਆਤਮਾ ਦੇ ਦਰਵਾਜ਼ੇ ਦੇ ਵਿੱਚੋਂ ਦੀ ਜਾਣਾ ਪਏਗਾ, ਹੋਰ ਕੋਈ ਰਸਤਾ ਨਹੀਂ ਦੁਨੀਆ ਦੇ ਵਿੱਚ। ਜਿਹੜੇ ਵੀ ਪਰਮਾਤਮਾ ਤੱਕ ਗਏ ਨੇ ਆਪਣੇ ਆਪੇ ਦੇ ਵਿੱਚੋਂ ਦੀ ਗਏ ਨੇ, ਉਹ ਬਾਹਰ ਨਹੀਂ ਹੈ। ਤਾਂ ਹੀ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲਾ ਸੋ ਭਰਮ ਭੁਲਾਈ। ਜਿਹੜੇ ਬਾਹਰੋਂ ਨੂੰ ਵਹਿੰਦੇ ਫਿਰਦੇ ਵੀ ਉੱਥੇ ਇਸ ਤਰ੍ਹਾਂ ਦਾ ਰੱਬ ਤੁਰਿਆ ਹੁੰਦਾ ਸੀ ਜੀ, ਫਲਾਣਾ ਸੀ, ਢਿੰਗੜਾ, ਇਹ ਸਾਰੇ ਮਨ ਦੇ ਬਣਾਏ ਹੋਏ ਜਾਲ ਨੇ, ਬੰਦੇ ਨੂੰ ਫਸਾਈ ਰੱਖਦੇ, ਧਾਰਮਿਕ ਬੰਦਿਆਂ ਨੂੰ ਫਸਾਈ ਰੱਖਦੇ ਨੇ। ਬੜੀ ਦੁਨੀਆ ਫਿਰਦੀ ਹੈ ਜੀ। ਬਾਬਾ ਦੀਪ ਸਿੰਘ ਆਉਂਦੇ ਨਹੀਂ ਸਾਡੇ ਘਰ ਜੀ, ਫਲਾਣਾ ਆਉਂਦਾ ਜੀ, ਉਹ ਦਿਸੇ। ਗੁਰੂ ਸਾਹਿਬ ਨੇ ਘੋੜੇ ਸਣੇ ਛਾਲ ਮਾਰੀ ਸਾਡੀ ਕੰਧ ਦੇ ਉੱਤੋਂ ਦੀ। ਕਈ ਕੋਈ ਸੁਣਨ ਨੂੰ ਮਿਲਦਾ, ਥੋੜੇ ਸਾਲਾਂ ਬਾਅਦ ਉੱਥੇ ਕੁਝ ਵੀ ਨਹੀਂ ਹੁੰਦਾ। ਇਹ ਕੀ ਹੈ? ਜਾਂ ਤੇ ਮਨ ਦਾ ਭਰਮ ਹੈ, ਤੇ ਜਾਂ ਸਾਧ ਸੰਗਤ ਜੀ ਦੁਕਾਨ ਦੁਕਾਨ ਚਲਾਉਣ ਵਾਸਤੇ 4 ਸਾਲ ਪੈਸੇ ਇਕੱਠੇ ਕਰਕੇ ਫਿਰ ਉਹ ਆਪਣਾ ਬੰਦ ਕਰ ਦਿੰਦੇ ਨੇ ਕੰਮ। ਇਹ ਨਹੀਂ ਕਿ ਗੁਰੂ ਸਾਹਿਬ ਜਾਂ ਸ਼ਹੀਦ ਸਿੰਘ ਹੈ ਨਹੀਂ, ਹੈਣ ਨੇ ਉਹ, ਪਰ ਉਹ ਇਸ ਤਰ੍ਹਾਂ ਦੀਆਂ ਖੇਡਾਂ ਨਹੀਂ ਲੋਕਾਂ ਦੇ ਸਾਹਮਣੇ, ਦੁਕਾਨਾਂ ਚਲਾਉਣ ਵਾਸਤੇ ਨਹੀਂ। ਉਸ ਗੁਰੂ ਕੇ ਸਿੱਖ ਦੱਸਦੇ ਕਮਾਈ ਵਾਲਿਆਂ ਦੇ ਕੋਲ ਸਾਰਾ ਕੁਝ, ਸਿੰਘ ਨੇ, ਸ਼ਹੀਦ ਨੇ, ਸਾਹਿਬਜ਼ਾਦੇ ਨੇ, ਸਾਰਾ ਕੁਝ। ਉਹਨਾਂ ਨੂੰ ਦਰਸ਼ਨ ਮੇਲੇ ਵੀ ਹੁੰਦੇ ਨੇ। ਪਰ ਜੇ ਪਖੰਡ ਦਾ ਰੂਪ ਧਾਰਨ ਕਰਨਾ ਤੇ ਫਿਰ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਥਾਂ ਨਹੀਂ ਹੈ। ਜਿਹਨੂੰ ਗੁਰੂ ਨੇ ਗੁਪਤ ਰੱਖਿਆ ਉਹ ਚੀਜ਼ਾਂ ਗੁਪਤ ਰਹਿਣੀਆਂ ਠੀਕ ਨੇ। ਹਾਂ, ਇਹ ਗੱਲ ਪ੍ਰਤੱਖ ਹੈ ਵੀ ਸਿੱਖੀ ਦੇ ਵਿੱਚ ਸ਼ਹੀਦੀ ਦੀ ਬਰਕਤ, ਤਾਕਤ ਜਿਹੜੀ ਉਹ ਬਰਕਤ ਕੰਮ ਕਰਦੀ ਹਮੇਸ਼ਾ। ਤਾਂ ਗੁਰੂ ਸਾਹਿਬ ਕਹਿੰਦੇ ਸਰਬ ਨਿਵਾਸੀ ਸਦਾ ਅਲੇਪਾ, ਅਲੇਪ ਰਹਿਣਾ ਹੈ। ਪਰਮੇਸ਼ਰ ਅਲੇਪ ਹੈ। ਅਲੇਪ ਦਾ ਮਤਲਬ ਹੈ ਜੋ ਬਾਹਰ ਹੋ ਰਿਹਾ ਉਹ ਅੰਦਰ ਨਹੀਂ ਆਉਣ ਦੇਣਾ। ਅਲੇਪ ਦਾ ਮਤਲਬ ਕੀ ਹੈ? ਜੋ ਬਾਹਰ ਹੋ ਰਿਹਾ ਹੈ, ਬਾਹਰੋਂ ਇੱਕ ਬੰਦੇ ਨੇ ਸ਼ਬਦ ਕਿਹਾ। ਹੁਣ ਕਈ ਸਿੰਘ ਮੇਰੇ ਕੋਲ ਕਹਿੰਦੇ ਨੇ
कई गल्लां ये करदे भी मैनू बड़ा दुख है, मैनू बड़ा डिप्रेशन है, मैनू फलाना है, बहुत तंग आ मैं जिंदगी तो, जिंदगी मैं अपनी मेरा बोझ बन गई। पुछया जी की बन गई? पता नहीं लगता। कहते क्यों? मैं कहा भी तेरे अंदर कुछ गल्लां अपमान होया तेरा ते वो तू दबियां हुई ने अपने अंदर। कहते हाँ, अखां विचों पानी आ गया इन्नी गल कहंदियां सार। मैं क्या अपमान होया नूं ते 15 साल हो गए ने ते तू नाल अजे भी चुकी फिरना उन्हें। वो गल्लां बाहरों होईयां सन, किसे ने कीतियां सन। कोई करदा वो करी जाए, हवा वांगू लंघ गया, तू अंदर क्यों जान दिता उन्होंने? अंदर तां गया भी दरवाजे खोले हुए ने। असीं हनेरी आउंदी ना, आपां कहने दरवाजे बंद कर दिओ मिट्टी अंदर ना आवे, ते महाराज कहंदे आ ਜਿਹੜੇ 9 दरवाजे ने इन्हां नूं बंद करन दी तैनूं जाच है भी लोड़ पए ते खोल ले, नहीं ते बंद कर दे। मूंद लिए दरवाजे बाजी अले अनहद बाजे, गुर दिखलाई मोरी जित मिर्ग पड़त है चोरी। ਇਹ ਦਰਵਾਜ਼ਿਆਂ ਨੂੰ ਖੋਲਣ ਦੀ ਤੇ ਧਰਮ ਹੈ ਕੀ ਹੈ? ਧਰਮ ਕੋਈ ਤਿਆਗ ਨਹੀਂ ਹੈ। ਧਰਮ ਦਾ ਮਤਲਬ ਹੈ ਕਿ ਤੁਸੀਂ ਜਿਹੜੀ ਚੀਜ਼ ਦਾ ਉਪਯੋਗ ਕਰਨਾ ਹੈ ਉਹਦਾ ਕਰੋ ਤੇ ਫਿਰ ਉਹਨੂੰ ਛੱਡ ਦਿਓ ਜਿਹਦੀ ਲੋੜ ਨਹੀਂ ਹੈ। ਜਿਵੇਂ ਸੂਰਜ ਚੜ ਆਇਆ ਤੇ ਲਾਟੂ ਦੀ ਬਲਬ ਦੀ ਲੋੜ ਨਹੀਂ, ਬੰਦ ਕਰ ਦਿਓ, ਤੇ ਜਦੋਂ ਰਾਤ ਪੈ ਗਈ ਫਿਰ ਬਲਬ ਜਗਾ ਲਓ, ਉਹਦੀ ਵਰਤੋਂ ਕਰ ਲਓ। ਤਾਂ ਮਹਾਰਾਜ ਕਹਿੰਦੇ ਬਾਹਰਲੀ ਜੋ ਘਟਨਾ ਤੁਹਾਨੂੰ ਬਾਹਰੋਂ ਕੋਈ ਉਸਤਤ ਕਰਦਾ ਹੈ ਤੇ ਭਾਵੇਂ ਕੋਈ ਤੁਹਾਡੀ ਨਿੰਦਿਆ ਕਰਦਾ ਹੈ, ਉਹਨਾਂ ਦੋਵਾਂ ਨੂੰ ਅੰਦਰ ਨਹੀਂ ਆਉਣ ਦੇਣਾ। ਹੁਣ ਗੱਲ ਤਾਂ ਇਹ ਹੈ ਸਾਧ ਸੰਗਤ ਜੀ, ਬਾਹਰੋਂ ਜਦੋਂ ਉਸਤਤ ਹੁੰਦੀ ਹੈ ਸਵਾਦ ਬੜਾ ਹੁੰਦਾ ਹੈ, ਔਰ ਜਿੰਨਾ ਸਵਾਦ ਨਿੰਦਿਆ ਉਸਤਤ ਦਾ ਆਏਗਾ ਓਨੀ ਹੀ ਨਿੰਦਿਆ ਸਾਡੇ ਉੱਤੇ ਦੁੱਖ ਪੈਦਾ ਕਰੇਗੀ। ਇਹ ਦੋਵੇਂ ਚੀਜ਼ਾਂ ਇੱਕੋ ਹੀ ਰੁਪਈਏ ਦੇ ਦੋ ਪਾਸੇ ਨੇ। ਜਿਵੇਂ ਨੋਟ ਹੈ ਨਾ, ਮੰਨ ਲਓ 100 ਦਾ, ਕੋਈ ਇਹ ਨਹੀਂ ਕਹਿ ਸਕਦਾ ਵੀ ਇੱਕ ਪਾਸਾ ਮੈਂ ਛੱਡ ਦੇਣਾ ਤੇ ਦੂਜਾ ਪਾਸਾ ਮੇਰੇ ਕੋਲ ਆ ਜਾਏ। ਜੇ ਆਉਣੇ ਨੇ ਤੇ ਦੋਵੇਂ ਹੀ ਆਉਣੇ ਨੇ। ਜੇ ਤੂੰ ਉਸਤਤ ਨਾਲ ਸਵਾਦ ਲੈਣਾ ਨਾ, ਤੇਰੀ ਵਡਿਆਈ ਹੁੰਦੀ ਹੈ, ਤੇ ਨਿੰਦਿਆ ਨੇ ਤੈਨੂੰ ਦੁਖੀ ਵੀ ਓਨਾ ਹੀ ਕਰਨਾ। ਜਾਂ ਤੇ ਉਸਤਤ ਸੁਣਨੀ ਛੱਡ ਦੇ ਤੇ ਜਾਂ ਫਿਰ ਨਿੰਦਿਆ ਨੇ ਵੀ ਦੁਖੀ ਕਰਨਾ। ਫਿਰ ਲੜਾਈਆਂ ਨੇ, ਤੂੰ ਅੰਦਰ ਘਰਾਂ ਦੇ ਵਿੱਚ ਸਾਡੇ ਲੜਾਈਆਂ ਨੇ, ਝਗੜੇ ਨੇ, ਗੱਲਾਂ ਨੇ, ਸਿਰਫ ਸ਼ਬਦ ਨੇ। ਸ਼ਬਦ ਅਸੀਂ ਦੂਜਿਆਂ ਦੇ ਅੰਦਰ ਲਾਈਨ ਲਾ ਕੇ ਰੱਖੇ ਹੋਏ ਨੇ। ਜੇ ਕਹੀਏ ਨਾ ਜਪਜੀ ਸਾਹਿਬ ਕੰਠ ਕਰ ਲਓ। ਆ ਪਿੱਛੇ ਜੀ ਹਰਿਆਣੇ ਦੇ ਵਿੱਚ, ਮੇਰਾ ਵੀ ਪਿੰਡ ਜਿਹੜਾ ਹਰਿਆਣੇ ਵਿੱਚ ਹੀ ਹਾਬੜੀ ਪਿੰਡ ਹੈ, ਜਾਣਦੀ ਹੋਣੇ ਨੇ ਸਾਰੇ ਮਹਾਂਪੁਰਸ਼, ਸਾਰੇ ਜਾਣਦੇ। ਤੇ ਸਾਧ ਸੰਗਤ ਜੀ ਉਹ ਸਿੰਘ ਕਈ ਕਹਿੰਦੇ ਸੀ ਵੀ ਹਰਿਆਣੇ ਵਿੱਚ ਪਿੰਡਾਂ ਵਿੱਚ ਕੋਈ ਪ੍ਰਚਾਰ ਦਾ ਉਪਰਾਲਾ, ਤੇ ਮੈਂ ਕਿਹਾ ਵੀ ਕਰ ਲਓ। ਕਹਿੰਦੇ ਇੱਕੋ ਹੀ ਵੱਡੀ ਦਿੱਕਤ ਹੈ ਵੀ ਵਿਆਹ ਦੇ ਭਾਵੇਂ 50 ਲੱਖ ਲਾ ਦੇਣ, ਪਰ ਜੇ ਕਿਤੇ ਸਮਾਗਮ ਤੇ ਪ੍ਰਚਾਰ ਤੇ ਲਾਉਣਾ ਹੋਵੇ ਤੇ ਫਿਰ ਇਹਨਾਂ ਕੋਲ 500 ਤੋਂ ਉੱਤੇ ਨਹੀਂ ਹੁੰਦਾ ਕਿਸੇ ਕੋਲ। ਮੈਂ ਕਿਹਾ ਵੀ ਚਲੋ ਇਹ ਵੀ ਹੱਲ ਹੋ ਜਾਏਗਾ। ਬਥੇਰੇ ਸਿੰਘਾਂ ਨੇ ਜਿਨ੍ਹਾਂ ਦੇ ਮਨ ਜਾਗੇ ਨੇ, ਉਹ ਕਹਿੰਦੇ ਪ੍ਰਚਾਰ ਕਰੋ, ਅਸੀਂ ਸੇਵਾ ਕਰਦੇ ਹਾਂ। ਉਹ ਇੱਕ ਪ੍ਰਚਾਰ ਕਰਨ ਵਾਸਤੇ ਜਥਾ ਬਣਾਇਆ। ਉਹ ਪਿੰਡਾਂ ਵਿੱਚ ਮਤਲਬ ਭੇਟਾ ਤੋਂ ਬਿਨਾਂ, ਵੀ ਇਹ ਨਾ ਬਹਾਨਾ ਰਹੇ ਵੀ ਸਾਡੇ ਕੋਲ ਹੈ ਨਹੀਂ ਕੁਝ। ਇਹ ਤਾਂ ਵੈਸੇ ਸਿੱਖ ਕਦੀ ਕਹਿੰਦੇ ਨੇ ਵੀ ਮੇਰੇ ਕੋਲ ਕੁਝ ਹੈ ਨਹੀਂ। ਸਿੱਖ ਹੋਵੇ ਤੇ ਇਹ ਕਵੇ ਮੇਰੇ ਕੋਲ ਨਹੀਂ ਕੁਝ। ਪਰ ਫਿਰ ਵੀ ਜੇ ਕੁਝ ਨਹੀਂ ਤੁਸੀਂ ਮੰਗਣਾ, ਤੁਸੀਂ ਜਾਓ, ਘੰਟਾ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਇੱਕ ਸਿੰਘ ਕਥਾਵਾਚਕ ਉਹਨਾਂ ਵਿੱਚੋਂ ਕਥਾ ਕਰਦੇ ਨੇ। ਇੱਕ ਪ੍ਰੋਜੈਕਟਰ ਉਹਦੇ ਉੱਤੇ ਵਿਖਾਇਆ ਜਾਂਦਾ ਇਤਿਹਾਸ ਨੂੰ, ਗੁਰਬਾਣੀ ਨੂੰ ਦਿਖਾਇਆ ਜਾਂਦਾ, ਦੱਸਿਆ ਜਾਂਦਾ ਹੈ। ਤਾਂ ਉਹ ਜਦੋਂ ਕਰਦੇ ਨੇ, ਮੈਂ ਬੇਨਤੀ ਕਰ ਰਿਹਾ ਸੀ, ਤੇ ਉਹਦੇ ਵਿੱਚ ਕਈ ਹੁਣ ਦੂਜੀ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਕਈ ਆਪਣੀ ਮਨ ਮਰਜ਼ੀ ਨਾਲ ਕਹਿੰਦੇ ਵੀ ਇਹ ਕੀ ਕਰ ਰਹੇ ਹੋ, ਇਹਦਾ ਕੀ ਫਾਇਦਾ ਹੈ। ਉਹਨਾਂ ਦੀ ਗੱਲ ਅੰਦਰ ਨਹੀਂ ਜਾਣ ਦੇਣੀ। ਜਿਹੜੀ ਚੀਜ਼ ਉਸਤਤ ਨਿੰਦਿਆ ਦੋਵੇਂ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਣਾ, ਕਹੋ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ। ਇਸ ਕਰਕੇ ਨਿੰਦਿਆ ਦਾ ਵੀ, ਉਸਤਤ ਦਾ ਵੀ ਰਸ ਨਹੀਂ ਲੈਣਾ। ਜੇ ਉਸਤਤ ਦਾ ਰਸ ਲਿਆ ਤੇ ਨਿੰਦਿਆ ਦਾ ਦੁੱਖ ਲੱਗੇਗਾ ਆਪਣੇ ਆਪ। ਸੋ ਦੋਵੇਂ ਚੀਜ਼ਾਂ ਨੂੰ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਤੇਰੇ ਬਿਲਕੁਲ ਨੇੜੇ ਹੈ। ਬਾਹਰੋਂ ਕਿਉਂ ਸੰਨਿਆਸੀ ਜੀ ਖੋਜਦੇ ਫਿਰਦੇ ਹੋ? ਤੋਹੀ ਸੰਗ ਸਮਾਈ ਉਹ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਉਹਪ ਦਾ ਅਰਥ ਹੈ ਫੁੱਲ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਉਵੇਂ ਤੇਰੇ ਵਿੱਚ ਰੱਬ ਰਹਿੰਦਾ।
ਜਿਵੇਂ ਸ਼ੀਸ਼ੇ ਵਿੱਚ ਤੇਰੀ ਤਸਵੀਰ ਦਿਸਦੀ ਹੈ, ਉਵੇਂ ਸਾਰੇ ਥਾਵਾਂ ਤੇ ਨਜ਼ਰ ਆਉਂਦਾ। ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ। ਘਟ ਹੀ ਖੋਜੋ ਭਾਈ, ਘਟ ਮੈਨੇ ਦਿਲ ਹਿਰਦੇ ਦੇ ਵਿੱਚ ਖੋਜੋ। ਬਾਹਰ ਭੀਤਰ ਇੱਕੋ ਜਾਨਾ, ਬਾਹਰ ਵੀ ਇੱਕ ਹੀ ਹੈ ਸਾਰੇ, ਪਰ ਭੀਤਰ ਮੈਂ ਪਹਿਲਾਂ ਕਿਹਾ ਸੀ ਨਾ, ਦਿਸਣਾ ਅੰਦਰੋਂ ਦੀ ਬਾਹਰ ਨੂੰ ਹੈ। ਬਾਹਰੋਂ ਸਿੱਧਾ ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਵੀ ਰੱਬ ਇੱਥੇ ਹੈ, ਇੱਥੇ ਹੈ, ਇਸ ਥਾਂ ਤੇ ਹੈ ਤੇ ਸਹੀ, ਪਰ ਇਹਦਾ ਸਵਾਦ ਕੀ ਹੈ? ਇਹ ਤਾਂ ਗੱਲ ਹੈ ਕੱਲੀ, ਇਹ ਤਾਂ ਸ਼ਬਦ ਨੇ ਵੀ ਇੱਥੇ ਪਰਮਾਤਮਾ ਹੈ। ਇਹ ਤਾਂ ਇੱਕ ਸਟੇਟਮੈਂਟ ਹੈ, ਦਿਮਾਗ ਦੀ ਗੱਲ ਹੈ। ਦਿਮਾਗ ਨਾਲ ਸੋਚ ਕੇ ਕਹਿ ਦਿੱਤਾ ਵੀ ਇੱਥੇ ਰੱਬ ਹੈ। ਸਾਰੀ ਦੁਨੀਆ ਕਹਿੰਦੀ ਫਿਰਦੀ। ਜਿੰਨਾ ਚਿਰ ਤੁਸੀਂ ਆਪਣੇ ਅੰਦਰ ਨਹੀਂ ਜਾਂਦੇ, ਔਰ ਬਾਣੀ ਇਹ ਕਹਿ ਰਹੀ ਹੈ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਇਹੀ ਗਿਆਨ ਦੱਸਿਆ। ਤੇ ਅੰਦਰ ਕਾਹਦੇ ਨਾਲ ਜਾਣਾ? ਅੰਦਰ ਕੋਈ ਤੇ ਨਹੀਂ ਵੀ ਤੁਸੀਂ ਸਰੀਰ ਦੇ ਵਿੱਚ, ਸੁਰਤ ਦੇ ਵਿੱਚ ਜਾਣਾ, ਮਨ ਦੇ ਵਿੱਚ। ਮਨ ਵਿੱਚ ਲਿਜਾਣ ਵਾਲਾ ਸਾਧਨ ਕਿਹੜਾ ਹੈ? ਮਨ ਦੇ ਅੰਦਰ ਜਾਣ ਦਾ ਸਾਧਨ ਸ਼ਬਦ ਦਾ ਜਾਪ ਹੈ। ਜਦੋਂ ਤੁਸੀਂ ਸ਼ਬਦ ਨੂੰ ਜਪਦੇ ਹੋ, ਵਾਹਿਗੁਰੂ ਵਾਹਿਗੁਰੂ ਜਾਂ ਕੋਈ ਮੂਲ ਮੰਤਰ, ਗੁਰ ਮੰਤਰ, ਉਹ ਸ਼ਬਦ ਅੰਦਰੋਂ ਉੱਠ ਰਿਹਾ ਤੇ ਅੰਦਰ ਹੀ ਜਾ ਕੇ ਸਮਾਪਤ ਹੋ ਰਿਹਾ। ਕਦੀ ਧਿਆਨ ਨਾਲ ਇਕੱਲੇ ਜਪ ਕੇ ਵੇਖਣਾ, ਅੰਦਰੋਂ ਹੀ ਪੈਦਾ ਹੁੰਦਾ ਹੈ ਔਰ ਅੰਦਰ ਹੀ ਜਾ ਕੇ ਖਤਮ ਹੋ ਜਾਂਦਾ। ਉਹ ਜਦੋਂ ਅਸੀਂ ਜਪਨੇ ਆ ਤੇ ਸਾਡੇ ਖਿਆਲਾਂ ਨੂੰ ਇਕੱਠੇ ਕਰਕੇ ਅੰਦਰ ਸੁਰਤੀ ਨੂੰ ਲਿਜਾਂਦਾ ਹੈ। ਜੇ ਉਹਨੂੰ ਅਸੀਂ ਜਪਾਂਗੇ ਪਿਆਰ ਦੇ ਨਾਲ, ਇਸ ਤਰ੍ਹਾਂ ਸਾਰੇ ਇੱਕ ਵਾਰੀ ਜਪ ਕੇ ਵੇਖੀਏ, ਚੌਂਕੜਾ ਲਾ ਕੇ ਧਿਆਨ ਨੂੰ ਸ਼ਬਦ ਵਿੱਚ ਜੋੜ ਕੇ ਮਹਾਰਾਜ ਅੱਗੇ ਅਰਦਾਸ ਕਰੀਏ ਤੇ ਸਾਰੇ ਬੋਲੋ। ਵੈਸੇ ਏਡਾ ਵੱਡਾ ਸਥਾਨ ਇੱਥੇ ਬਣਾਇਆ ਹੋਇਆ ਮਹਾਂਪੁਰਸ਼ਾਂ ਨੇ, ਗੁਰਦੁਆਰਾ ਸਾਹਿਬ ਬਣਾਇਆ, ਸੰਗਤ ਵੀ ਆਈ ਹੈ, ਪਰ ਸਮਾਗਮ ਇੰਨਾ ਵੱਡਾ ਹੋਵੇ ਤੇ ਮੈਂ ਬੇਨਤੀ ਕਰਾਂ, ਇਹ ਸਪੀਕਰਾਂ ਵਿੱਚ ਬੋਲਿਆਂ ਦੀਵਾਨ ਵਿੱਚ ਨਹੀਂ ਜੇ ਬਹਿੰਦੇ, ਇਹ ਬਹਿੰਦੇ ਜੇ ਪ੍ਰਬੰਧ ਦੇ ਨਾਲ। ਪ੍ਰਬੰਧ ਐਵੇਂ ਦਾ ਕਰੋ। ਪ੍ਰਬੰਧ ਕਿਹੜਾ ਹੈ? ਜਦੋਂ ਦੀਵਾਨ ਲੱਗਣਾ, ਲੰਗਰ ਬੰਦ ਕਰ ਦਿਓ, ਦੀਵਾਨ ਭਰਿਆ ਜਾਏਗਾ। ਕਿਉਂਕਿ ਜਿੰਨੇ ਤੁਸੀਂ ਇੱਥੇ ਬੈਠੇ ਹੋ, ਤੋਂ 3 ਗੁਣਾ ਦੀਵਾਨ ਥੱਲੇ ਲੰਗਰ ਵਿੱਚ ਹੋਣਗੇ। ਉੱਥੇ ਤੁਸੀਂ ਇਹਨਾਂ ਨੂੰ ਹੋਰ ਵੀ ਕੋਈ ਮਸਾਲਾ, ਜਲੇਬ ਆਦਿ ਬਣਾ ਕੇ ਦਿੱਤੇ ਹੋਣਗੇ। ਕਾਹਨੂੰ ਉੱਤੇ ਆਉਂਦੇ ਨੇ ਪੌੜੀਆਂ ਚੜ੍ਹ ਕੇ। ਇਸ ਕਰਕੇ ਜਦੋਂ ਵੀ ਸਮਾਗਮ ਕਰਦੇ ਹੋ, ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਸੰਗਤ ਦਾ ਉਪਰਾਲਾ ਕਰਿਆ ਕਰੋ। ਸੰਗਤ ਤੋਂ ਬਿਨਾ ਨਹੀਂ ਰਸ ਬਣਦਾ। ਇੰਨਾ ਮਿਹਨਤ ਤੁਸੀਂ ਵੀ ਕਰਦੇ ਹੋ, ਅਸੀਂ ਵੀ ਏਡੀ ਦੂਰੋਂ ਤੁਰ ਕੇ ਆਉਂਦੇ ਆ, ਪਰ ਜੇ 4 ਜੀ ਜਿਹੜੇ ਆਏ ਉਹ ਵੀ ਥੱਲੇ ਬੈਠੇ ਰਹੇ ਤੇ ਫਿਰ ਗੱਲ ਨਹੀਂ ਬਣਦੀ। ਸੋ ਸਾਰੇ ਸਾਵਧਾਨ ਹੋ ਕੇ ਇੱਕ ਵਾਰੀ ਸ਼ਬਦ ਦੀ ਗੁੰਜਾਰ ਪਾ ਕੇ ਸੁਰਤੀ ਨੂੰ ਇਕਾਗਰ ਕਰੀਏ। ਸਾਰੇ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਨਾਨਕ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਨਾਨਕ ਵਾਹਿਗੁਰੂ 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 ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਪਰ ਅੱਗੇ ਜਿਹੜੀ ਗੱਲ ਆਪਾਂ ਕਰ ਰਹੇ ਸੀ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਇਹਦੇ ਉੱਤੇ 2 ਮਿੰਟ ਹੋਰ ਬੇਨਤੀ ਕਰਕੇ, ਜਿੰਨਾ ਚਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਿ ਅਸੀਂ ਆਪਣੇ ਆਪ ਨੂੰ ਚੀਨਾ ਹੈ, ਚੀਨਾ ਸ਼ਬਦ ਆਉਂਦਾ ਗੁਰਬਾਣੀ ਵਿੱਚ ਕਈ ਵਾਰ। ਚੀਨਣ ਦਾ ਮਤਲਬ ਹੈ ਆਪਣੇ ਆਪ ਨੂੰ ਵੇਖਣਾ। ਜਿੰਨਾ ਚਿਰ ਆਪਣੇ ਆਪ ਨੂੰ ਅਸੀਂ ਚੰਗੀ ਤਰ੍ਹਾਂ ਵੇਖਦੇ ਨਹੀਂ, ਬੰਦੇ ਖੋਜ ਦਿਲ ਹਰ ਰੋਜ਼, ਫਿਰ ਨਾ ਫਿਰ ਪਰੇਸ਼ਾਨੀ ਮਾਹੇ। ਕਹਿੰਦੇ ਆਪਣੇ ਆਪ ਨੂੰ ਵੇਖ, ਆਪਣੇ ਆਪ ਨੂੰ ਲੱਭ ਤੂੰ। ਅਸੀਂ ਕਹਾਂਗੇ ਮੈਂ ਤਾਂ ਇੱਥੇ ਬੈਠਾ, ਨਹੀਂ ਸਾਧ ਸੰਗਤ ਜੀ, ਇਹ ਤਾਂ ਸਰੀਰ ਹੈ। ਇੱਥੋਂ ਆਪਾਂ 5 7 10 ਵਾਰੀ ਗਏ ਹੁਣੇ ਘੰਟੇ ਦੇ ਵਿੱਚ, ਕਿੰਨੇ ਗੇੜੇ ਲਾਏ, ਕਦੀ ਘਰ, ਕਦੀ ਕਿਤੇ, ਕਦੀ ਕਿਤੇ। ਉਹ ਸੂਖਮ ਜਿਹੜਾ ਅੰਦਰੋਂ ਨਿਕਲ ਜਾਂਦਾ ਹੈ,
ਜਾ ਕੇ ਉਹ ਹੋਰ ਕਿਤੇ ਗੇੜਾ ਲਾ ਆਉਂਦਾ, ਹੋਰ ਕਿਤੇ ਜਾ ਆਉਂਦਾ। ਉਹ ਮਹਾਰਾਜ ਕਹਿੰਦੇ ਉਹਨੂੰ ਲੱਭ ਕਿੱਥੋਂ ਆਉਂਦਾ, ਉਹ ਕਿੱਥੇ ਜਾਂਦਾ, ਕਿਵੇਂ ਨਿਕਲਦਾ ਤੇਰੇ ਵਿੱਚੋਂ, ਕਿਵੇਂ ਖਿਆਲਾਂ ਦੇ ਚ ਸਵਾਰੀ ਕਰਕੇ ਭੱਜ ਜਾਂਦਾ, ਦੌੜ ਜਾਂਦਾ, ਨਿਕਲ ਜਾਂਦਾ। ਉਹ ਜਿੱਦਣ ਕਾਬੂ ਆ ਗਿਆ, ਜੋ ਨਿਕਲ ਜਾਂਦਾ, ਉਦਣ ਸਾਡੇ ਕੋਲ ਸਾਧਨ ਆ ਗਿਆ ਨਾਮ ਜਪਣ ਦਾ, ਕਿਉਂਕਿ ਨਾਮ ਉਹਨੇ ਜਪਣਾ ਹੈ, ਹੋਰ ਕਿਸੇ ਚੀਜ਼ ਨੇ ਨਹੀਂ ਜਪਣਾ। ਜੋ ਇੱਥੋਂ ਨਿਕਲ ਜਾਂਦਾ ਵਿੱਚੋਂ, ਉਹ ਜਿੱਦਣ ਹਾਜ਼ਰ ਹੋ ਗਿਆ ਇੱਥੇ, ਨਾਮ ਉਹ ਜਪੇਗਾ। ਸੱਚੇ ਜਾਣੋ ਐਸ ਮਨ ਨੇ ਵੀ ਨਾਮ ਨਹੀਂ ਜਪਣਾ ਜਿਹੜਾ ਹੋਣ ਵਾਲਾ ਹੈ। ਇਹਨੂੰ ਤਾਂ ਪਹਿਲਾਂ ਖਤਮ ਕਰਨਾ ਹੈ। ਜਿਹੜੀ ਹੁਣ ਤੱਕ ਦੀ ਮਾਨਤਾ ਹੈ ਨਾ, ਸਾਧੂ ਮਨ ਕਾ ਮਾਨ ਤਿਆਗੋ, ਇਹਨੂੰ ਤਾਂ ਪਹਿਲਾਂ ਹਟਾਉਣਾ ਹੈ। ਇਹਦਾ ਜਾਲੀ, ਜਿਵੇਂ ਕੋਈ ਕਿਸੇ ਨੇ ਸਾਡੇ ਕੋਲ ਆਉਣਾ ਸੀ ਨਾ, ਤੇ ਉਹ ਸਾਧ ਸੰਗਤ ਜੀ ਕੋਈ ਸਾਡੇ ਕੋਲ ਆਉਣਾ ਸੀ ਕਿਸੇ ਨੇ, ਉਹਨੂੰ ਅਸਲੀ ਨੂੰ ਤੇ ਪਿੱਛੇ ਕਿਤੇ ਹੋਰ ਥਾਂ ਤੇ ਬਿਠਾਇਆ ਤੇ ਆਪ ਉਹਦੇ ਵਾਲੇ ਕੱਪੜੇ ਪਾ ਕੇ ਆ ਗਿਆ ਧੋਖਾ ਦੇਣ ਵਾਸਤੇ। ਇਹ ਜਿਹੜਾ ਮਨ ਹੈ ਨਾ, ਜਿਹੜਾ ਸਾਡਾ ਹੁਣ, ਇਹ ਅਸਲੀ ਮਨ ਨਹੀਂ ਹੈ। ਇਹ ਅਸਲੀ ਮਨ ਨੂੰ, ਜਿਹੜਾ ਗੁਰੂ ਵਾਲਾ ਮਨ ਹੈ, ਉਹਨੂੰ ਪਿੱਛੇ ਰੱਖ ਕੇ ਤੇ ਆਪ ਕੱਪੜੇ ਪਾ ਕੇ ਸਾਡੇ ਨਾਲ ਤੁਰਿਆ ਫਿਰਦਾ, ਤੇ ਆਪਾਂ ਕਹਿੰਦੇ ਆ ਵੀ ਆਹ ਹੀ ਹੈ ਮਨ ਮੇਰਾ, ਤੇ ਉਹ ਖਿੱਚੀ ਫਿਰਦਾ, ਸਾਨੂੰ ਧੋਈ ਫਿਰਦਾ, ਤੇ ਸਾਰੀ ਜ਼ਿੰਦਗੀ ਸਾਡੀ ਗਵਾ ਦਿੰਦਾ ਇਸੇ ਤਰ੍ਹਾਂ। ਕਿਉਂਕਿ ਅਸੀਂ ਜਿਹੜੇ ਦੋ ਚੀਜ਼ਾਂ ਦਾ ਤੇ ਉੱਤੇ ਗੁਰੂ ਸਾਹਿਬ ਨੇ ਜ਼ੋਰ ਦਿੱਤਾ, ਉਹ ਹੈ ਕਿ ਸਾਧ ਸੰਗਤ ਜੀ, ਜੋ ਟਾਈਮ ਹੈ, ਤੇ ਟਾਈਮ ਦਾ ਜਿਹੜਾ ਬੋਧ ਹੈ, ਉਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਟਾਈਮ ਕਿੱਡੀ ਤੇਜ਼ੀ ਦੇ ਨਾਲ ਅੱਗੇ ਵੱਧਦਾ ਜਾ ਰਿਹਾ, ਨਿਕਲਦਾ ਜਾ ਰਿਹਾ। ਤਾਂ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਕਿ ਟਾਈਮ ਨੂੰ ਵੇਖ, ਸਭ ਤੋਂ ਜ਼ਰੂਰੀ ਹੈ ਤੇਰਾ ਸਮਾਂ ਜੋ ਨਿਕਲਦਾ ਜਾ ਰਿਹਾ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਤਾਂ ਗਿਆਨ ਖੰਡ ਦੇ ਅੰਦਰ ਜਦੋਂ ਆਉਂਦਾ, ਉਦੋਂ ਸਾਧ ਸੰਗਤ ਜੀ ਗਿਆਨ ਖੰਡ ਦੇ ਵਿੱਚ, ਫਿਰ ਗਿਆਨ ਖੰਡ ਦੇ ਅੰਦਰ ਇਹ ਅਵਸਥਾ ਬਣਦੀ ਹੈ ਕਿ ਸਭ ਤੋਂ ਪਹਿਲਾਂ ਮਨੁੱਖ ਜਾਗਰਤ ਹੋ ਕੇ ਬਹਿੰਦਾ ਵੀ ਸਮਾਂ ਨਿਕਲਦਾ ਜਾ ਰਿਹਾ ਹੈ। ਹੁਣ ਵੀ ਤੁਸੀਂ ਇੱਥੋਂ ਸ਼ੁਰੂ ਕਰੋ। ਇਹ ਨਹੀਂ ਵੀ ਹੁਣ ਕਿਹਾ ਹੈ ਤੇ ਫਿਰ ਘਰ ਜਾ ਕੇ ਕਰਾਂਗੇ, ਉਹਦੇ ਵਿੱਚ ਤਾਂ 2-3 ਘੰਟੇ ਹੋਰ ਗੁਆਚ ਜਾਣੇ ਤੁਹਾਡੇ। ਜੇ ਤੁਸੀਂ ਇੱਥੇ ਗੱਲ ਕੀਤੀ ਵੀ ਟਾਈਮ ਖਰਾਬ ਹੋ ਰਿਹਾ ਹੈ, ਤਾਂ ਫਿਰ ਤਾਂ ਵੀ ਕਰਾਂਗੇ, ਅੱਗੇ ਘਰ ਗਏ ਆ ਜਾਂਦਿਆਂ ਨੂੰ ਫਿਰ ਵਿਆਹ ਦੀ ਚਿੱਠੀ ਆਈ ਹੋਣੀ, ਫਿਰ ਤੁਸੀਂ ਉਹਦੇ ਵਿੱਚ ਗੁਆਚ ਜਾਣਾ, ਉਹਨੂੰ ਪੜ੍ਹਨਾ। ਫਿਰ ਹੁਣ ਵਿਆਹ ਤੇ ਜਾਣਾ, ਫਿਰ ਸੂਟ ਵੀ ਹੋਰ ਲਿਆਉਣਾ ਪੈਣਾ, ਕਿਉਂਕਿ ਪਹਿਲਾਂ ਇੱਕ ਵਾਰੀ ਜਿਹੜਾ ਪਾ ਲਿਆ ਉਹ ਸਾਰਿਆਂ ਨੇ ਵੇਖ ਲਿਆ ਸੀ। ਇਹ ਵੀ ਬੜਾ ਚੱਲਿਆ ਹੁਣ ਵੀ ਇੱਕ ਵਾਰੀ ਪਾਇਆ ਜਿਹੜਾ ਦੂਜੀ ਵਾਰੀ ਨਹੀਂ ਪਾਉਣਾ। ਮੈਂ ਇੱਕ ਵਾਰੀ ਕਥਾ ਕਰਦਾ ਸੀ ਦੂਖਨਿਵਾਰਨ ਸਾਹਿਬ ਤੇ, ਉਹ ਕਾਲ ਵਿੱਚ ਜਿਹੜੀ ਚੀਜ਼ ਆਉਣੀ, ਮੈਂ ਜੈਕਟ ਪਾ ਜਾਣੀ, ਠੰਡ ਸੀ। ਮੈਨੂੰ ਇੱਕ ਸਿੰਘ ਕਹਿੰਦਾ, ਗਿਆਨੀ ਜੀ ਜੈਕਟ ਇੱਕੋ ਹੀ ਪਾਉਂਦੇ ਹੋ ਰੋਜ਼। ਤੇ ਮੈਂ ਕਿਹਾ ਤੂੰ ਕਥਾ ਸੁਣਨ ਆਉਣਾ ਕਿ ਜੈਕਟ ਵੇਖਣ ਆਉਣਾ ਮੇਰੀ? ਇਹ ਹੁਣ ਚੱਲਿਆ, ਫਿਰ ਉਹਦੇ ਵਿੱਚ ਟਾਈਮ ਖਰਾਬ। ਇਹ ਚੀਜ਼ਾਂ ਬਿਲਕੁਲ ਤੁੱਛ ਛੋਟੀਆਂ ਦੇ ਵਿੱਚ ਜਿਵੇਂ ਜ਼ਿੰਦਗੀ ਲੰਘ ਜਾਂਦੀ ਨਾ ਸਾਡੀ, ਛੋਟੀਆਂ ਚੀਜ਼ਾਂ ਹੋਏ, ਇਹ ਨਹੀਂ ਵੀ ਇਹ ਕਰਨਾ ਨਹੀਂ, ਇਹਨੂੰ ਕਰੋ, ਪਰ ਇਹ ਬਾਹਰੋਂ ਕਰਨ ਵਾਲੀਆਂ ਗੱਲਾਂ ਸਨ। ਇਹਨੂੰ ਅਸੀਂ ਡੀਪ ਲੈ ਗਏ, ਜ਼ਿਆਦਾ ਸੀਰੀਅਸ ਸੰਸਾਰ ਨੂੰ ਲੈ ਲਿਆ, ਪਰਮਾਤਮਾ ਨੂੰ ਅਸੀਂ ਜ਼ਿਆਦਾ ਸੀਰੀਅਸਲੀ ਨਹੀਂ ਲਿਆ, ਉਹਨੂੰ ਅਸੀਂ ਤਰਜੀਹ ਨਹੀਂ ਦਿੱਤੀ ਆਪਣੀ ਜ਼ਿੰਦਗੀ ਦੇ ਵਿੱਚ, ਉਹਨੂੰ ਉਤੋਂ ਰੱਖਿਆ। ਸੋ ਜਦੋਂ ਇਹ ਕਿਰਪਾ ਹੁੰਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਉਦੋਂ ਫਿਰ ਮਨੁੱਖ ਆਪਣੇ ਜੀਵਨ ਦੇ ਅਸਲੀ ਖਜ਼ਾਨੇ ਨੂੰ ਲੱਭ ਲੈਂਦਾ ਨਾਮ ਜਪ ਕੇ। ਸੋ ਸਾਧ ਸੰਗਤ ਜੀ, ਆਪ ਜੀ ਨੇ ਪੂਰਾ ਸਮਾਂ ਬੜੀ ਇਕਾਗਰਤਾ ਦੇ ਨਾਲ ਸੁਣਿਆ, ਸਾਰਿਆਂ ਦਾ ਧੰਨਵਾਦ। ਅਸਥਾਨ ਦੇ ਪਹਿਲੀ ਵਾਰੀ ਮੈਂ ਦਰਸ਼ਨ ਕੀਤੇ ਇਸ ਪਾਸੇ ਵੱਲ, ਤੇ ਮਹਾਂਪੁਰਸ਼ਾਂ ਦਾ ਇੱਥੇ ਪ੍ਰਬੰਧ ਹੈ, ਸੰਗਤ ਦਾ ਪ੍ਰਬੰਧ ਹੈ ਸਾਰਾ। ਆਪ ਜੀ ਦਾ ਸਾਰਿਆਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸ਼ੁਕਰਾਨਾ ਔਰ ਬੇਨਤੀ ਹੈ, ਸੰਥਿਆ ਜ਼ਰੂਰ ਇੱਥੇ ਸੰਥਿਆ ਕਰਿਆ ਕਰੋ। ਜਪਜੀ ਸਾਹਿਬ ਦੀ ਸੰਥਿਆ ਹਰ ਇੱਕ ਨੂੰ ਹੋਣੀ ਚਾਹੀਦੀ, ਕੋਈ ਕਿਸੇ ਵੀ ਧਰਮ ਦਾ ਹੁੰਦਾ, ਗੁਰਮੁਖੀ ਸਾਰਿਆਂ ਨੂੰ ਆਉਣੀ ਚਾਹੀਦੀ, ਕਿਉਂਕਿ ਸਾਰੀ ਬਾਣੀ ਗੁਰਮੁਖੀ ਵਿੱਚ ਹੈ। ਉਹਦੇ ਤੋਂ ਬਿਨਾਂ ਫਿਰ ਪਤਾ ਨਹੀਂ ਲੱਗਦਾ। ਔਰ ਇਹ ਚੀਜ਼ਾਂ ਗੁਰੂ ਘਰਾਂ ਦੇ ਵਿੱਚ ਹੋਣੀਆਂ ਅਤ ਲਾਜ਼ਮੀ ਨੇ। ਇਸ ਇਲਾਕੇ ਦੇ ਵਿੱਚ ਸਾਡੇ ਕੋਲ ਜਿਹੜਾ ਜਿੰਨਾ ਕੁ ਸਾਹਿਬਜ਼ਾਦੇ ਸੇਵਾ ਦਲ, ਛੋਟੇ ਸਾਹਿਬਜ਼ਾਦਿਆਂ ਦਾ ਜਥਾ ਹੈ ਪ੍ਰਚਾਰ ਦਾ, ਜਦੋਂ ਲੋੜ ਪਵੇ
ਤੁਸੀਂ ਫੋਨ ਕਰ ਸਕਦੇ ਹੋ, ਸ਼ਾਇਦ ਹੁਣੇ ਆਉਣਗੇ ਵੀ। ਇੱਥੇ ਹਰਿਆਣੇ ਦੇ ਪਿੰਡਾਂ ਵਿੱਚ ਕਰਦੇ ਨੇ ਉਹ ਰੋਜ਼ ਇੱਕ ਸਮਾਗਮ, ਤੇ ਲੋੜ ਹੋਵੇ ਤਾਂ ਉਹ ਵੀ ਤੁਸੀਂ ਜਦੋਂ ਕਾਲ ਕਰੋਗੇ ਇੱਥੇ ਆਉਣਗੇ। ਹੋਰ ਪਿੰਡਾਂ ਵਿੱਚ ਵੀ ਜਿੱਥੇ ਜਿੱਥੇ ਤੁਸੀਂ ਭੇਜਣਾ ਚਾਹੁੰਦੇ ਹੋ ਪ੍ਰਚਾਰ ਕਰਨ ਵਾਸਤੇ ਉਹ ਜਾ ਸਕਦੇ। ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਭੁੱਲਾਂ ਦੀ ਖਿਮਾ ਕਰਨੀ, ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਮਾਪਤ।